ਵਾਹਿਗੁਰੂ। ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਮਹਾਰਾਜ ਨੇ ਕਿਰਪਾ ਕੀਤੀ, ਸਾਨੂੰ ਸੰਗਤ ਦੇ ਰੂਪ ਦੇ ਵਿੱਚ ਅਭਿਆਸ ਕਰਾਇਆ, ਸਾਸ ਗ੍ਰਾਸ ਸਿਮਰਨ, ਸਾਸ ਸਿਮਰਨ। ਜਦੋਂ ਅਸੀਂ ਅਭਿਆਸ ਕਰ ਰਹੇ ਹਾਂ, ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਅਸੀਂ ਆਪਣੇ ਮਨ ਨੂੰ ਇਹਦੀ ਜਿਹੜੀ ਮੁੱਢਲੀ ਅਵਸਥਾ ਆ, ਪਹਿਲੀ ਅਵਸਥਾ ਆ, ਉਸ ਦੇ ਵਿੱਚ ਵਾਪਸ ਇਹਨੂੰ ਲਿਜਾਈਏ। ਜਿਹੜਾ ਸਾਡਾ ਮਨ ਆ, ਇਹ ਆ ਚੁੱਕਾ ਇੱਥੇ ਤ੍ਰੈਗੁਣਾਂ ਦੇ ਵਿੱਚ, ਮਾਇਆ ਦੇ ਦੇਸ਼ ਦੇ ਵਿੱਚ ਆ ਚੁੱਕਾ, ਅਤੇ ਆਪਣਾ ਘਰ ਜਿਹੜਾ ਆ, ਆਪਣਾ ਮਾਲਕ ਪਰਮਾਤਮਾ ਮਾਤਾ ਪਿਤਾ, ਉਸ ਨੂੰ ਭੁੱਲ ਗਿਆ। ਹੁਣ ਜਦੋਂ ਪ੍ਰੈਕਟੀਕਲ ਤੌਰ 'ਤੇ ਅਸੀਂ ਅਭਿਆਸ ਕਰਦੇ ਹਾਂ, ਸਭ ਤੋਂ ਪਹਿਲਾਂ ਸਾਡਾ ਕਦਮ ਅਸੀਂ ਪੱਟਦੇ ਹਾਂ ਕਿ ਅਸੀਂ ਵਿਚਾਰਾਂ ਤੋਂ ਰਹਿਤ ਹੋ ਕੇ ਆਪਣੇ ਘਰ ਵਿੱਚ ਸੁੰਨ ਵਿੱਚ ਪ੍ਰਵੇਸ਼ ਹੋਣਾ ਹੁੰਦਾ। ਜਿਹਨੂੰ ਮਹਾਰਾਜ ਕਹਿੰਦੇ ਆ, ਸਤਿਗੁਰ ਤੇ ਪਾਏ ਵਿਚਾਰਾ ਸੁੰਨ ਸਮਾਧ ਸੱਚੇ ਘਰ ਬਾਹਰ, ਕਿ ਸੱਚਾ ਘਰ ਬਾਹਰ ਸਾਡਾ ਸੁੰਨ ਹੈ, ਜਿੱਥੇ ਜਾ ਕੇ ਵਿਚਾਰਾਂ ਤੋਂ ਸਾਡਾ ਮਨ ਰਹਿਤ ਹੋ ਜਾਂਦਾ ਆ, ਜਿੱਥੇ ਅਸੀਂ ਆਪਣੇ ਘਰ ਵਿੱਚ ਬੈਠ ਜਾਂਦੇ ਅਤੇ ਫਿਰ ਅੰਤਰਗਤ ਉੱਥੇ ਜਾ ਕੇ ਨਾਮ ਸੁਣਨ ਲੱਗ ਪੈਂਦੇ ਆ। ਜਿਹਨੂੰ ਮਹਾਰਾਜ ਕਹਿੰਦੇ ਆ, ਸਤਿਗੁਰ ਤੇ ਪਾਏ ਵਿਚਾਰਾ ਸੁਨ ਸਮਾਧ ਸੱਚੇ ਘਰ ਬਾਰਾ, ਨਾਨਕ ਨਿਰਮਲ ਨਾਦ ਸ਼ਬਦ ਧੁਨ ਸੱਚ ਰਾਮੇ ਨਾਮ ਸਮਾਇੰਦਾ। ਉਸ ਘਰ ਵਿੱਚ ਜਾ ਕੇ ਨਾਮ ਨੂੰ ਸੁਣ ਕੇ ਫਿਰ ਨਾਮ 'ਚ ਸਮਾ ਕੇ ਅਸੀਂ ਪਰਮਾਤਮਾ ਨਾਲ ਮਿਲਾਪ ਕਰਨਾ। ਹੁਣ ਕਈ ਗੁਰਮੁਖਾਂ ਦੇ ਸਵਾਲ ਹੁੰਦੇ ਆ ਕਿ ਅਸੀਂ ਸੁਣ ਵਿੱਚ ਜਾਣਾ ਕਿਵੇਂ ਆ, ਜਾਂ ਉਹਦੀ ਪ੍ਰੈਕਟਿਸ ਕਿਵੇਂ ਅਸੀਂ ਕਰੀਏ। ਅਤੇ ਸਭ ਤੋਂ ਪਹਿਲਾਂ ਜਿਹੜਾ ਸਾਡਾ ਕਦਮ ਆ ਸੁਣ ਵਿੱਚ ਜਾਣਾ, ਪ੍ਰੈਕਟੀਕਲ ਤੌਰ 'ਤੇ ਅਸੀਂ ਗੁਰਮੰਤਰ ਦਾ ਅਭਿਆਸ ਕਰ ਰਹੇ ਹਾਂ, ਸਾਸ ਗ੍ਰਾਸ ਸਿਮਰਨ, ਸਾਸ ਸਿਮਰਨ। ਅਤੇ ਅਸੀਂ ਚਾਹੁੰਦੇ ਕਿ ਅਸੀਂ ਵਿਚਾਰਾਂ ਤੋਂ ਰਹਿਤ ਹੋ ਜਾਈਏ, ਵਿਚਾਰਾਂ ਤੋਂ ਰਹਿਤ ਹੋ ਕੇ ਅਸੀਂ ਆਪਣੇ ਘਰ ਵਿੱਚ ਪ੍ਰਵੇਸ਼ ਹੋ ਜਾਈਏ। ਹੁਣ ਸੁਣ ਵਿੱਚ ਤਾਂ ਅਸੀਂ ਜਾ ਸਕਦੇ ਹਾਂ ਜੇ ਗੁਰਮੰਤਰ ਦਾ ਅਭਿਆਸ ਕਰਦੇ ਕਰਦੇ ਪੂਰੀ ਤਰ੍ਹਾਂ ਅਸੀਂ ਉਸ ਧੁਨ ਨੂੰ ਪਕੜਦੇ ਹਾਂ, ਜਿਹੜੀ ਸਾਡੀ ਆਪਣੀ ਆਵਾਜ਼ ਆ, ਜਿਹਨੂੰ ਮਹਾਰਾਜ ਕਹਿੰਦੇ ਧੁਨ ਮੇ ਧਿਆਨ। ਧਿਆਨ ਰੱਖਣਾ ਅਸੀਂ ਆਪਣੀ ਆਵਾਜ਼ ਵਿੱਚ, ਜੋ ਅਸੀਂ ਪਾਉਣ ਦਾ ਇਸਤੇਮਾਲ ਕਰ ਰਹੇ ਹਾਂ, ਜਿਸ ਦੁਆਰਾ ਅਸੀਂ ਸਾਸ ਗ੍ਰਾਸ ਜਾਂ ਸਾਸ ਸਿਮਰਨ ਕਰਦੇ ਹਾਂ, ਉਹਦੇ ਵਿੱਚ ਆਵਾਜ਼ ਵਿੱਚ ਧਿਆਨ ਰੱਖ ਕੇ ਆਪਣੀ ਆਵਾਜ਼ ਦੇ ਵਿੱਚ ਫਿਰ ਅਸੀਂ ਧਿਆਨ ਦੀ ਅਵਸਥਾ ਵਿੱਚ ਚਲੇ ਜਾਂਦੇ ਹਾਂ। ਧੁਨ ਮੇ ਧਿਆਨ, ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ, ਕਿ ਗੁਰਮੁਖਾਂ ਨੂੰ ਭੇਦ ਤਾਂ ਮਿਲਦਾ ਆ ਅਕਥ ਦਾ, ਕਿਉਂਕਿ ਉਹਨਾਂ ਨੇ ਧੁਨ ਵਿੱਚ ਧਿਆਨ ਰੱਖਿਆ, ਫਿਰ ਧਿਆਨ ਦੀ ਅਵਸਥਾ ਦੇ ਵਿੱਚ ਗਏ ਅਤੇ ਉਹਨਾਂ ਨੂੰ ਆਪਣੇ ਸਰੀਰ ਦਾ, ਪਰਮਾਤਮਾ ਦਾ, ਆਪਣੇ ਮਾਲਕ ਦਾ ਭੇਦ ਮਿਲਿਆ, ਅਕਥ ਦਾ ਭੇਦ ਮਿਲਿਆ। ਹੁਣ ਅਭਿਆਸ ਕਰਦੇ ਹੋਏ ਜੇਕਰ ਅਸੀਂ ਅਭਿਆਸ ਕਰਦੇ ਹਾਂ, ਪਰ ਵਾਰ ਅਸੀਂ ਆਪਣੀ ਅੱਖਾਂ ਖੋਲ੍ਹ ਕੇ ਬਾਹਰ ਦੇਖਦੇ ਹਾਂ, ਜਾਂ ਸਾਡੀ ਸੁਰਤੀ ਅਸੀਂ ਕੰਨਾਂ ਦੇ ਵਿੱਚ ਲੈ ਕੇ ਬਾਹਰਲੀਆਂ ਆਵਾਜ਼ਾਂ ਸੁਣਨ ਲੱਗ ਪੈਂਦੇ ਹਾਂ, ਫਿਰ ਸਾਨੂੰ ਸੁਣਨ 'ਚ ਜਾਣਾ ਬਹੁਤ ਮੁਸ਼ਕਿਲ ਹੋਣਾ। ਜੇਕਰ ਅਸੀਂ ਆਪਣੇ ਸਰੀਰ 'ਤੇ ਕੰਟਰੋਲ ਨਹੀਂ ਰੱਖਦੇ, ਅਸੀਂ ਆਪਣੇ ਹੱਥ ਹਿਲਾਈ ਜਾਂਦੇ ਹਾਂ, ਪੈਰ ਹਿਲਾਈ ਜਾਂਦੇ ਹਾਂ, ਫਿਰ ਸੁਣ 'ਚ ਜਾਣਾ ਮੁਸ਼ਕਿਲ ਹੋ ਜਾਂਦਾ ਹੈ। ਜੇ ਸੁਣ ਵਿੱਚ ਜਾਣਾ ਆ, ਕੋਸ਼ਿਸ਼ ਇਹ ਕਰਨੀ ਆ ਕਿ ਕੋਈ ਵੀ ਵਿਚਾਰ ਨਹੀਂ ਲੈਣਾ ਇਸ ਸਰੀਰ ਪ੍ਰਤੀ। ਇੱਕ ਆਸਣ ਨੂੰ ਚੁਣ ਲੈਣਾ ਜਿਸ ਦੇ ਵਿੱਚ ਤੁਸੀਂ ਬਹੁਤ ਦੇਰ ਤਾਈਂ ਗੁਰਮੰਤਰ ਦਾ ਅਭਿਆਸ ਕਰ ਸਕਦੇ ਹਾਂ। ਕਈ ਵਾਰੀ ਕੀ ਹੁੰਦਾ ਹੈ ਕਿ ਅਸੀਂ ਚੌਂਕੜਾ ਮਾਰ ਕੇ ਅਭਿਆਸ ਕਰਦੇ ਹਾਂ ਅਤੇ ਕਦੇ ਕਦੇ ਲੱਤਾਂ ਦੁਖਣ ਲੱਗ ਪੈਂਦੀਆਂ। ਜੇ ਐਸਾ ਹੁੰਦਾ ਆ ਤਾਂ ਥੋੜ੍ਹਾ ਜਿਹਾ ਲੱਤਾਂ ਨੂੰ ਹਿਲਾ ਕੇ ਮੁੜ ਕੇ ਫਿਰ ਆਪਣੇ ਆਸਣ ਵਿੱਚ ਆ ਜਾਓ, ਜਿਹੜਾ ਤੁਸੀਂ ਚੌਂਕੜਾ ਮਾਰਿਆ ਹੋਇਆ ਉਸ ਦੇ ਵਿੱਚ ਫਿਰ ਤੁਸੀਂ ਆਪਣਾ ਲੱਤਾਂ ਨੂੰ ਸਵਿਚ ਕਰਕੇ ਜਾਂ ਬੈਠ ਜਾਓ। ਉਸ ਦੇ ਨਾਲ ਕੀ ਹੋਊਗਾ ਕਿ ਤੁਹਾਡੇ ਜਿਹੜੇ ਸੁਰਤੀ ਆ ਉਹ ਮੁੜ ਕੇ ਫਿਰ ਆਪਣਾ ਅਭਿਆਸ ਸ਼ੁਰੂ ਕਰ ਲਊਗੀ। ਜੇ ਤੁਹਾਡਾ ਧਿਆਨ ਨਹੀਂ ਜਾਂਦਾ ਆ ਕਿ ਵਾਰ ਉਂਗਲਾਂ ਹਿਲਾਉਣੀਆਂ, ਹੱਥ ਹਿਲਾਉਣੇ, ਪੈਰ ਹਿਲਾਉਣੇ, ਅਤੇ ਫਿਰ ਬਾਅਦ 'ਚ ਕਹੋਗੇ ਕਿ ਸੁਣ 'ਚ ਨਹੀਂ ਜਾ ਹੁੰਦਾ, ਫਿਰ ਸੁਣ 'ਚ ਤਾਂ ਜਾ ਹੀ ਨਹੀਂ ਹੋਣਾ, ਕਿਉਂਕਿ ਤੁਸੀਂ ਫੁਰਨੇ ਤਾਂ ਲੈ ਰਹੇ ਆ ਸਰੀਰ ਨੂੰ ਹਿਲਾਉਣ ਦੇ। ਕਈ ਵਾਰੀ ਕਈ ਗੁਰਮੁਖ ਹੁੰਦੇ ਆ ਕਿ ਉਹਨਾਂ ਨੂੰ ਮਾੜੇ ਜਿਹੇ ਖਾਜ ਆਉਣ ਲੱਗ ਪੈਂਦੇ, ਖਾਜ ਕਰ ਲਈ ਠੀਕ ਆ ਅਤੇ ਛੱਡ ਦਿੰਦੇ ਆ। ਕਈ ਹੁੰਦਾ ਖਾਜ ਆ ਗਈ, ਫਿਰ ਆ ਗਈ, ਫਿਰ ਵਾਰ ਉਹ
ਫੁਰਨੇ ਲੈ ਜਾਂਦੇ। ਕਈ ਵਾਰੀ ਇਹ ਕਾਲ ਦੇ ਟ੍ਰਿਕਸ ਹੁੰਦੇ ਆ, ਕਾਲ ਦੇ ਤਰੀਕੇ ਹੁੰਦੇ ਆ। ਕਾਲ ਕੀ ਚਾਹੁੰਦਾ ਹੁੰਦਾ ਕਿ ਅਸੀਂ ਘਰ 'ਚ ਜਾਈਏ ਨਾ। ਕਈ ਐਸੇ ਹੁੰਦੇ ਗੁਰਮੁਖ, ਉਹਨਾਂ ਨੂੰ ਕਾਲ ਕੀ ਕਰਦਾ, ਉਹਨਾਂ ਨੂੰ ਇਸ ਦਾ ਮਹਿਸੂਸ ਹੋਣ ਲੱਗ ਪੈਂਦਾ ਕਿ ਖਾ ਜਾ ਰਹੀ ਹੈ, ਤਾਂ ਉਹ ਖਾਰਿਸ਼ ਹੀ ਕਰਦੇ ਰਹਿੰਦੇ ਆ ਅਤੇ ਅਭਿਆਸ ਨਹੀਂ ਫਿਰ ਕਰਦੇ। ਇਹਨਾਂ ਚੀਜ਼ਾਂ ਨੂੰ ਇਗਨੋਰ ਕਰਨਾ ਪੈਂਦਾ ਹੈ। ਜਿੰਨਾ ਜ਼ਿਆਦਾ ਲੰਮਾ ਸਮਾਂ ਅਸੀਂ ਆਪਣੇ ਸਰੀਰ ਦੇ ਵਿੱਚ ਆਪਣੇ ਮਨ ਨੂੰ ਧੁਨ ਪਕੜਾ ਸਕਦੇ ਹਾਂ ਅਤੇ ਸਰੀਰ ਨੂੰ ਅਸੀਂ ਹਿਲਾਉਣੋਂ ਹਟਦੇ ਹਾਂ, ਓਨਾ ਜ਼ਿਆਦਾ ਛੇਤੀ ਅਸੀਂ ਸੁਣ ਵਿੱਚ ਜਾਵਾਂਗੇ। ਹੁਣ ਫਿਰ ਇਹ ਆ ਕਿ ਸੁਣ ਵਿੱਚ ਜਾਣ ਲਈ ਜਦੋਂ ਅਸੀਂ ਅਭਿਆਸ ਕਰਦੇ ਹਾਂ, ਕਈ ਵਾਰੀ ਕੀ ਹੁੰਦਾ ਕਿ ਅਸੀਂ ਆਪ ਜਾਣਦੇ ਨਹੀਂ ਕਿ ਕਦੋਂ ਅਸੀਂ ਸੁਣ 'ਚ ਗਏ। ਉਦੋਂ ਪਤਾ ਲੱਗਦਾ ਹੈ ਕਿ ਅਸੀਂ ਗੁਰਮੰਤਰ ਦਾ ਅਭਿਆਸ ਕਰ ਰਹੇ ਸੀ ਅਤੇ ਗੁਰਮੰਤਰ ਕਿਤੇ ਨਾ ਕਿਤੇ ਰੁਕ ਗਿਆ ਅਤੇ ਸਾਡਾ ਮਨ ਬਾਅਦ 'ਚ ਮਹਿਸੂਸ ਕਰਦਾ ਹੈ ਜਦੋਂ ਸੁਣ 'ਚੋਂ ਵਾਪਸ ਨਿਕਲਦਾ ਆ ਕਿ ਇਹ ਕੀ ਹੋਇਆ, ਮੈਂ ਸੌਂ ਗਿਆ ਜਾਂ ਇਹ ਗੁਰਮੰਤਰ ਰੁਕਿਆ ਕਿਵੇਂ। ਇੱਦਾਂ ਮਨ ਵਿਚਾਰ ਕਰਨ ਲੱਗ ਪੈਂਦਾ, ਸੋਚਣ ਲੱਗ ਪੈਂਦਾ। ਉਹ ਜਿਹੜਾ ਗੈਪ ਆ ਜਿੱਥੇ ਗੁਰਮੰਤਰ ਰੁਕ ਗਿਆ, ਵਾਪਸ ਅਸੀਂ ਆਉਂਦੇ ਹਾਂ, ਸਾਨੂੰ ਇੱਧਰਲੀ ਸੋਝੀ ਹੁੰਦੀ ਹੈ, ਅਸੀਂ ਮੁੜ ਕੇ ਆਪਣਾ ਸਰੀਰ ਸਿੱਧਾ ਕਰਕੇ ਮੁੜ ਕੇ ਫਿਰ ਅਸੀਂ ਅਭਿਆਸ ਕਰਦੇ ਹਾਂ। ਉਹਨੂੰ ਕਹਿੰਦੇ ਆ ਸੁਣ ਵਿੱਚ ਸਮਾਉਣਾ। ਉੱਥੇ ਜਾ ਕੇ ਉਹ ਜਗ੍ਹਾ ਜਿੱਥੇ ਮਨ ਗਿਆ, ਉਹਨੂੰ ਨਾ ਇੱਧਰਲਾ ਭੇਦ ਰਿਹਾ ਨਾ ਅਗਾਂਹ ਦਾ, ਉਹ ਮਨ ਜਿਹੜਾ ਆ ਉਸ ਸਥਿਤੀ ਵਿੱਚ ਜਾ ਕੇ ਸੁਣ ਵਿੱਚ ਸਮਾ ਗਿਆ। ਬਾਹਰੋਂ ਤਾਂ ਇਵੇਂ ਪ੍ਰਤੀਤ ਹੋਣਾ, ਜੇ ਕੋਈ ਸੁਣ ਵਿੱਚ ਜਾਂਦਾ ਆ, ਜਿਹੜਾ ਦੇਖਣ ਵਾਲਾ ਆ ਬਾਹਰੋਂ, ਉਹਨੇ ਕਹਿਣਾ ਕਿ ਫਲਾਨਾ ਭਾਈ ਸੌਂ ਗਿਆ। ਕਈ ਵਾਰੀ ਸਾਨੂੰ ਵੀ ਇੱਦਾਂ ਮਹਿਸੂਸ ਹੁੰਦਾ ਕਿ ਸਾਨੂੰ ਨੀਂਦ ਆ ਗਈ ਅਭਿਆਸ ਕਰਦੇ ਕਰਦੇ, ਪਰ ਇਹ ਨੀਂਦ ਨਹੀਂ ਹੁੰਦੀ। ਨੀਂਦ ਜਿਹੜੀ ਰਾਤ ਦੀ ਆ ਉਹ ਥੋੜ੍ਹੀ ਜਿਹੀ ਡਿਫਰੈਂਟ ਆ। ਉਹਦੇ ਵਿੱਚ ਅਸੀਂ ਫੁਰਨਿਆਂ ਵਿੱਚ ਹੁੰਦੇ ਹਾਂ, ਵਿਚਾਰਾਂ ਦੇ ਵਿੱਚ ਹੁੰਦੇ ਹਾਂ ਅਤੇ ਸਾਨੂੰ ਇਸ ਸਰੀਰ ਵਿੱਚੋਂ ਕੱਢਿਆ ਜਾਂਦਾ। ਜਦੋਂ ਸਰੀਰ ਵਿੱਚੋਂ ਸਾਨੂੰ ਕੱਢਿਆ ਜਾਂਦਾ, ਕਾਲ ਆਪਣੇ ਵਿੱਚ ਸਮਾ ਲੈਂਦਾ ਆ ਜਿਹੜੇ ਤ੍ਰੈਗੁਣ ਆ, ਜਿਹਨੂੰ ਮਹਾਰਾਜ ਕਹਿੰਦੇ ਆ ਰਾਜਸ ਤਾਮਸ ਸਤ ਕਾਲ ਸਮਾਵੈ, ਸਸੀਅਰ ਕਹਿ ਕਰ ਸੂਰ ਸਮਾਵੈ, ਜੋਗ ਜੁਗਤ ਕੀ ਕੀਮਤ ਪਾਵੈ। ਕਿ ਕਾਲ ਰਜੋਗੁਣ ਤਮੋਗੁਣ ਸਤੋਗੁਣ ਨੂੰ ਆਪਣੇ ਵਿੱਚ ਸਮਾ ਲੈਂਦਾ ਆ ਪ੍ਰਮਾਤਮਾ ਦੇ ਹੁਕਮ ਦੇ ਅਧੀਨ ਹੋ ਕੇ, ਕਿਉਂਕਿ ਪ੍ਰਮਾਤਮਾ ਉਹਨੂੰ ਹੁਕਮ ਉਸ ਵੇਲੇ ਦੇ ਦਿੰਦਾ ਕਿ ਇਸ ਬੱਚੇ ਨੂੰ ਘਰ ਨੂੰ ਆਉਣ ਦਿਓ, ਭਵ ਸਾਗਰ ਨੂੰ ਬੰਦ ਕਰ ਲਓ। ਉਹ ਭਵ ਸਾਗਰ ਨੂੰ ਤ੍ਰੈਗੁਣਾਂ ਨੂੰ ਬੰਦ ਕਰ ਦਿੰਦਾ। ਪਰ ਸਾਡਾ ਮਨ ਇਹ ਜਾਣਦਾ, ਸਭ ਕੁਛ ਇਹਨੂੰ ਸਿਖਾਇਆ ਗਿਆ ਜਦੋਂ ਇੱਥੇ ਭੇਜਿਆ ਸੀ ਇਸ ਮਨ ਨੂੰ ਕਿ ਕਿਵੇਂ ਘਰ ਨੂੰ ਵਾਪਸ ਆਉਣਾ ਹੈ। ਪਰ ਜਦੋਂ ਅਸੀਂ ਇੱਥੇ ਮਾਇਆ ਦੇ ਘਰ ਵਿੱਚ ਆਉਂਦੇ ਹਾਂ, ਉਹ ਸਾਰੀ ਸਿੱਖਿਆ ਭੁੱਲ ਜਾਂਦੇ ਹਾਂ। ਮਨ ਭੁੱਲੋ ਮਾਇਆ ਘਰ ਜਾਏ। ਅਤੇ ਭਗਤ ਕਬੀਰ ਜੀ ਫਰਮਾਉਂਦੇ ਨੇ, ਕਬੀਰ ਮਨ ਜਾਣੈ ਸਭ ਬਾਤ, ਜਾਣਤ ਹੀ ਔਗਨ ਕਰੈ, ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰੈ। ਭਗਤ ਕਬੀਰ ਜੀ ਸਮਝਾਉਂਦੇ ਨੇ ਕਿ ਜਿਹੜਾ ਮਨ ਆ, ਇਹਨੂੰ ਜਾਣਕਾਰੀ ਸਾਰੀ ਦਿੱਤੀ ਹੋਈ ਹੈ, ਸਾਰਾ ਕੁਛ ਜਾਣਦਾ ਆ, ਪਰ ਫਿਰ ਵੀ ਇਹ ਔਗਣ ਕਰਦਾ ਹੈ, ਫਿਰ ਵੀ ਗਲਤੀਆਂ ਕਰਦਾ ਇੱਥੇ ਆ ਕੇ ਮਾਇਆ ਦੇ ਦੇਸ਼ ਦੇ ਵਿੱਚ। ਇਹਦੇ ਹੱਥ 'ਤੇ ਦੀਪਕ ਰੱਖਿਆ ਹੋਇਆ, ਦੀਵਾ ਰੱਖਿਆ ਹੋਇਆ, ਜੋਤ ਆ ਇਸ ਮਨ ਕੋਲ, ਜਿਸ ਦਾ ਇਸਤੇਮਾਲ ਕਰਕੇ ਇਸ ਨੇ ਆਪਣੇ ਘਰ ਵਿੱਚ ਆਉਣਾ। ਪਰ ਉਹ ਦੀਪਕ ਹੋਣ ਦੇ ਬਾਵਜੂਦ ਇਹ ਫਿਰ ਵੀ ਖੂਹ ਦੇ ਵਿੱਚ ਡਿੱਗ ਪੈਂਦਾ। ਅਤੇ ਸਾਡਾ ਮਨ ਜਦੋਂ ਇਸ ਨੂੰ ਰਾਤ ਨੂੰ ਕਾਲ ਵੱਲੋਂ ਕੱਢਿਆ ਜਾਂਦਾ, ਤ੍ਰੈਗੁਣ ਜਿਹੜੇ ਆਪਣੇ ਵਿੱਚ ਸਮਾ ਲੈਂਦਾ ਆ, ਅਤੇ ਸਾਡਾ ਮਨ ਫਿਰ ਵੀ ਉਸ ਵੇਲੇ ਭਵ ਸਾਗਰ ਦੇ ਵਿੱਚ ਸੁਪਨਿਆਂ ਦੇ ਰੂਪ ਦੇ ਵਿੱਚ ਚਲੇ ਜਾਂਦਾ ਹੈ। ਹੁਣ ਪਰਮਾਤਮਾ ਉਸ ਸਥਾਨ ਦੇ ਵਿੱਚੋਂ ਜਿੱਥੇ ਭਵ ਸਾਗਰ ਦੇ ਵਿੱਚ ਅਸੀਂ ਡਿੱਗ ਜਾਂਦੇ ਹਾਂ, ਫਿਰ ਪਰਮਾਤਮਾ ਸਾਨੂੰ ਕੱਢਦਾ ਆ। ਅਸਲ ਵਿੱਚ ਜਿੱਥੇ ਜਾ ਕੇ ਫਿਰ ਸੁਪਨਾ ਆਉਂਦਾ ਆ, ਅਸੀਂ ਹੁੰਦੇ ਆਪਣੇ ਘਰ ਵਿੱਚ ਹਾਂ, ਪਰ ਅਸੀਂ ਦੇਖ ਰਹੇ ਹੁੰਦੇ ਹਾਂ ਨੀਚੇ ਤ੍ਰਿਲੋਕੀ ਵੱਲ ਨੂੰ। ਅਤੇ ਮਹਾਰਾਜ ਨੇ ਗੁਰਬਾਣੀ 'ਚ ਸਾਨੂੰ ਸਮਝਾਇਆ ਹੋਇਆ ਕਿ ਸਾਨੂੰ ਉਹ ਦੀਪਕ ਜਿਹੜਾ ਦਿੱਤਾ ਹੋਇਆ, ਜੋਤ ਦਾ ਇਸਤੇਮਾਲ ਅਸੀਂ ਕਰਕੇ ਘਰ ਨੂੰ ਆਉਣਾ ਹੁੰਦਾ। ਆਪ ਅਸੀਂ ਉਹਦਾ ਇਸਤੇਮਾਲ ਕਰਨਾ ਜਾਣਦੇ ਨੇ।
ਮਹਾਰਾਜ ਕਹਿੰਦੇ ਆ, ਐਨਸ ਅੰਦਲੇ ਦੀਪਕ ਦੇ ਭੌਜਲ ਡੂਬਤ ਚਿੰਤ ਕਰੇ। ਅਸੀਂ ਭਵ ਸਾਗਰ ਵਿੱਚ ਫਿਰ ਡੁੱਬ ਜਾਂਦੇ ਹਾਂ। ਤ੍ਰੈਗੁਣਾ ਵਾਲਾ ਭਵ ਸਾਗਰ ਤੱਕ ਕਾਲ ਨੇ ਬੰਦ ਕਰ ਦਿੱਤਾ, ਪਰ ਜਿੱਥੇ ਅੰਧਕੂਪ ਆ, ਜਿੱਥੇ ਅਸੀਂ ਪਾਰ ਕਰਨਾ ਸੀ ਦੀਵੇ ਨਾਲ, ਜੋਤ ਦਾ ਇਸਤੇਮਾਲ ਕਰਕੇ, ਸਾਡਾ ਮਨ ਉੱਥੇ ਜਾ ਕੇ ਡੁੱਬ ਜਾਂਦਾ। ਅਤੇ ਫਿਰ ਪ੍ਰਮਾਤਮਾ ਸਾਡਾ ਮਾਲਕ, ਉਹ ਸਾਡੀ ਚਿੰਤਨ ਕਰਦੇ ਆ, ਉਹ ਸਾਡੀ ਰਾਖੀ ਕਰਦੇ, ਸਾਨੂੰ ਉੱਥੋਂ ਕੱਢਦੇ ਆ, ਘਰ ਵਿੱਚ ਲਿਆਉਂਦੇ ਆ। ਫਿਰ ਘਰ ਵਿੱਚ ਜਦੋਂ ਅਸੀਂ ਹੁੰਦੇ ਹਾਂ, ਸੁਖ ਮਹਿਲ 'ਚ ਜਾਂਦੇ ਹਾਂ, ਅਤੇ ਸੁਖ ਮਹਿਲ ਦੇ ਵਿੱਚ ਅਸੀਂ ਮਾਲਕ ਵੱਲ ਧਿਆਨ ਨਹੀਂ ਦਿੰਦੇ, ਅਸੀਂ ਧਿਆਨ ਦਿੰਦੇ ਹਾਂ ਤੁਰਲੋਕੀ ਵੱਲ ਨੂੰ, ਅਤੇ ਸਾਨੂੰ ਰਾਤ ਨੂੰ ਸੁਪਨੇ ਆਉਂਦੇ ਆ। ਜਿਹੜਾ ਅਸੀਂ ਸੁਣਨ ਵਿੱਚ ਜਾਣਾ ਹੁੰਦਾ, ਸਮਾਉਣਾ ਹੁੰਦਾ ਆ, ਜਦੋਂ ਅਸੀਂ ਵਿਚਾਰਾਂ ਤੋਂ ਰਹਿਤ ਆਪਣੇ ਮਨ ਨੂੰ ਆਪ ਕਰਦੇ ਹਾਂ, ਭਵ ਸਾਗਰ ਨੂੰ ਪਾਰ ਕਰਦੇ ਹਾਂ, ਤ੍ਰੈਗੁਣਾ ਨੂੰ ਅਸੀਂ ਪਾਰ ਕਰ ਰਹੇ ਹਾਂ ਵਿਚਾਰਾਂ ਤੋਂ ਮੁਕਤ ਹੋ ਕੇ। ਜਿਹਨੂੰ ਮਾਰੇ ਕਹਿੰਦੇ ਵਿਚਾਰ ਮਾਰੇ ਤਰੇ ਤਾਰੇ ਉਲਟ ਜੋ ਨਾ ਆਵੇ, ਕਿ ਅਸੀਂ ਵਿਚਾਰਾਂ ਨੂੰ ਖਤਮ ਕਰ ਰਹੇ ਹਾਂ ਗੁਰਮੰਤਰ ਦਾ ਇਸਤੇਮਾਲ ਕਰਕੇ, ਫੁਰਨਿਆਂ ਨੂੰ ਅਸੀਂ ਰੋਕ ਰਹੇ ਹਾਂ। ਅਸੀਂ ਇਹ ਤ੍ਰੈਗੁਣਾ ਨੂੰ ਆਪ ਪਾਰ ਕਰਦੇ ਹੋਏ ਫਿਰ ਅਸੀਂ ਸੁਣ ਵਿੱਚ ਸਮਾਉਣਾ ਹੁੰਦਾ। ਦੂਜੇ ਪਾਸੇ ਜਿੱਥੇ ਕਾਲ ਸਾਨੂੰ ਕੱਢਦਾ ਆ ਇੱਥੋਂ, ਤਾਂ ਕਹਿੰਦੇ ਆ ਕਿ ਇਹ ਮਨ ਜਿਹੜਾ ਫਿਰ ਵੀ ਭਵ ਸਾਗਰ 'ਚ ਡਿੱਗ ਜਾਂਦਾ ਹੈ, ਜੇਕਰ ਇਹਨੇ ਜੋਤ ਦਾ ਇਸਤੇਮਾਲ ਨਹੀਂ ਕੀਤਾ। ਪਰ ਜਦੋਂ ਅਸੀਂ ਅਭਿਆਸ ਕਰਦੇ ਹਾਂ ਮੈਨੂਅਲੀ, ਇੱਦਾਂ ਗੁਰਮੰਤਰ ਦਾ ਅਭਿਆਸ ਕਰਦੇ, ਸਾਸ ਗ੍ਰਾਸ ਸਿਮਰਨ, ਸਾਸ ਸਿਮਰਨ ਕਰਦੇ ਕਰਦੇ, ਫਿਰ ਕੀ ਹੁੰਦਾ ਹੈ ਕਿ ਅਸੀਂ ਆਪ ਉਸ ਅਵਸਥਾ ਦੇ ਵਿੱਚ ਜਾ ਰਹੇ ਹਾਂ, ਫੁਰਨਿਆਂ ਤੋਂ ਰਹਿਤ ਹੋ ਕੇ। ਕਾਲ ਸਾਨੂੰ ਰੋਕ ਰਿਹਾ ਹੁੰਦਾ ਕਿ ਜਾਣਾ ਨਹੀਂ ਇੱਥੋਂ। ਤਾਂ ਅਸੀਂ ਕੀ ਕਰਨਾ ਹੈ ਕਿ ਸਾਡਾ ਜਿਹੜਾ ਮਨ ਆ, ਇਸ ਨੂੰ ਅਸੀਂ ਪੂਰੀ ਤਰ੍ਹਾਂ ਇਕਾਗਰ ਕਰਨਾ ਆ, ਵੱਧ ਤੋਂ ਵੱਧ ਜਿੰਨਾ ਸਾਡੇ ਮਹਿਸੂਸ ਹੁੰਦਾ ਕਿ ਅਸੀਂ ਕਰ ਸਕਦੇ ਹਾਂ। ਕਿਉਂਕਿ ਜਿਹੜੇ ਫੁਰਨੇ ਵਿਚਾਰ ਆ, ਕਾਲ ਨੇ ਤਾਂ ਲਿਆਉਣੇ ਆ। ਜੇਕਰ ਅਸੀਂ ਇਹਨਾਂ ਫੁਰਨਿਆਂ ਦਾ ਪਿੱਛਾ ਕਰਨ ਲੱਗ ਪਈਏ, ਇੱਕ ਫੁਰਨਾ ਪਕੜਿਆ ਅਤੇ ਪੂਰੀ ਰੀਲ ਬਣ ਜਾਂਦੀ ਹੈ, ਸਟੋਰੀ ਬਣ ਜਾਂਦੀ, ਮਨ ਕਿਤੇ ਚਲੇ ਜਾਂਦਾ, ਜਾਪ ਕਿਤੇ ਹੋ ਰਿਹਾ ਹੁੰਦਾ। ਫਿਰ ਮਨ ਵਾਪਸ ਆਉਂਦਾ ਆ, ਫਿਰ ਇਹਨੂੰ ਘੇਰ ਕੇ ਅਸੀਂ ਲਿਆਉਂਦੇ ਹਾਂ ਵਾਪਸ। ਅਤੇ ਜਿੰਨਾ ਜ਼ਿਆਦਾ ਅਸੀਂ ਇਸ ਨੂੰ ਇਕਾਗਰ ਕਰਾਂਗੇ, ਧੁਨ ਇਹਨੂੰ ਪਕੜਾਵਾਂਗੇ, ਆਪਣੀ ਆਵਾਜ਼ ਵਿੱਚ ਧਿਆਨ ਇਹਦਾ ਲਵਾਵਾਂਗੇ, ਅਤੇ ਇਹ ਛੇਤੀ ਤੋਂ ਛੇਤੀ ਫਿਰ ਵਿਚਾਰਾਂ ਤੋਂ ਰਹਿਤ ਹੁੰਦਾ, ਇਸ ਸਰੀਰ ਤੋਂ ਉੱਪਰ ਉੱਠ ਜਾਂਦਾ। ਹੁਣ ਜੇਕਰ ਅਸੀਂ ਹੁਣ ਫਰਜ਼ ਕੀਤਾ ਸਰੀਰ ਨੂੰ ਹਿਲਾਉਂਦੇ ਹਾਂ, ਜੇ ਉਂਗਲਾਂ ਨੂੰ ਹਿਲਾਉਂਦੇ ਹਾਂ, ਪੈਰਾਂ ਨੂੰ ਹਿਲਾਈ ਜਾਂਦੇ ਹਾਂ, ਇਹ ਤਾਂ ਅਸੀਂ ਹਿਲਾਉਂਦੇ ਕਿਉਂਕਿ ਸਾਨੂੰ ਫੁਰਨੇ ਵਿਚਾਰ ਆਉਂਦੇ ਆ, ਕਿ ਉਹ ਵਿਚਾਰ ਕਰਕੇ ਅਸੀਂ ਉਂਗਲ ਹਿਲਾਉਂਦੇ ਹਾਂ, ਵਿਚਾਰ ਕਰਕੇ ਅਸੀਂ ਪੈਰ ਹਿਲਾਉਂਦੇ ਹਾਂ, ਹੱਥ ਹਿਲਾਉਂਦੇ ਹਾਂ, ਅਤੇ ਫਿਰ ਸੁਣ 'ਚ ਨਹੀਂ ਜਾ ਹੋਣਾ। ਸੁਣ 'ਚ ਜਦੋਂ ਜਾਣਾ ਆ, ਫਿਰ ਪੂਰੀ ਤਰ੍ਹਾਂ ਇੱਦਾਂ ਇਕਾਗਰ ਹੋ ਜਾਣਾ, ਨਾ ਅੱਖਾਂ ਰਾਹੀਂ ਸੁਰਤੀ ਬਾਹਰ ਜਾਏ, ਨਾ ਕੰਨਾਂ ਰਾਹੀਂ, ਸਿਰਫ ਰਸਨਾ ਦੁਆਰਾ ਜਾਪ ਹੀ ਕਰਨਾ ਆ। ਅਤੇ ਐਸੀ ਅਵਸਥਾ ਵਿੱਚ ਚਲੇ ਜਾਣਾ ਜਿੱਥੇ ਰਸਨਾ ਵੀ ਚੁੱਪ ਕਰ ਜਾਂਦੀ ਹੈ, ਅਤੇ ਅੰਤਰਗਤ ਅਭਿਆਸ ਚੱਲਦਾ ਚੱਲਦਾ ਸਾਡਾ ਮਨ ਸੁਣ ਵਿੱਚ ਸਮਾ ਜਾਂਦਾ। ਕਈ ਵਾਰੀ ਕੀ ਹੁੰਦਾ ਕਿ ਅੰਤਰਗਤ ਅਸੀਂ ਹਜੇ ਅਭਿਆਸ ਹੀ ਨਹੀਂ ਸ਼ੁਰੂ ਕੀਤਾ ਹੁੰਦਾ, ਬੈਕਰੀ ਬਾਣੀ ਦੇ ਵਿੱਚੋਂ ਹੀ ਸਾਡਾ ਮਨ ਇਸ ਉੱਪਰ ਉੱਠ ਜਾਂਦਾ, ਇਸ ਸਰੀਰ ਤੋਂ। ਫਿਰ ਸਵਾਲ ਹੁੰਦੇ ਆ ਕਿ ਜਦੋਂ ਅਸੀਂ ਸੁਣ ਵਿੱਚ ਜਾਂਦੇ ਹਾਂ, ਸੁਣ ਵਿੱਚ ਵਿਚਾਰਾਂ ਤੋਂ ਰਹਿਤ ਹੋ ਕੇ ਅਸੀਂ ਪਹੁੰਚ ਗਏ, ਅਤੇ ਉੱਥੇ ਫਿਰ ਅਨਹਦ ਸ਼ਬਦ ਜਿਹੜੇ ਆ ਉਹ ਕਿਵੇਂ ਸੁਣਨੇ ਆ। ਹੁਣ ਕਈ ਵਾਰੀ ਜਿਵੇਂ ਹੁਣ ਵੀ ਗੁਰਮੁਖਾਂ ਨੇ ਸਵਾਲ ਪੁੱਛਿਆ ਕਿ ਅਨਹਦ ਸ਼ਬਦ ਸੁਣਨ ਲਈ ਕਿੰਨਾ ਕੁ ਅਭਿਆਸ ਕਰਨਾ ਚਾਹੀਦਾ ਹੈ। ਅਨਹਦ ਸ਼ਬਦਾਂ ਨੂੰ ਸੁਣਨ ਲਈ ਨਾਲ ਕੋਈ ਵੀ ਅਵਸਥਾ ਹਾਸਲ ਕਰਨ ਨੂੰ ਜਿਹਦਾ ਕੋਈ ਸਮਾਂ ਨਹੀਂ ਸੀਮਤ ਦੱਸਿਆ ਹੋਇਆ ਕਿ ਇੰਨਾ ਹੀ ਅਭਿਆਸ ਕਰੋ ਅਤੇ ਫਿਰ ਤੁਸੀਂ ਇਸ 'ਤੇ ਪਹੁੰਚੋਗੇ। ਇਹ ਹਰੇਕ ਮਨ ਦੇ ਅਭਿਆਸ 'ਤੇ, ਪ੍ਰੈਕਟਿਸ 'ਤੇ, ਮਿਹਨਤ 'ਤੇ ਮੁਨਹਸਰ ਆ। ਕਈ ਗੁਰਮੁਖ ਜਨ, ਉਹਨਾਂ ਦੀ ਪਿਛਲੀ ਕਮਾਈ ਬਹੁਤ ਹੁੰਦੀ ਆ, ਉਹ ਥੋੜ੍ਹੀ ਕੁ ਦੇਰ ਹੀ ਅਭਿਆਸ ਕਰਦੇ ਆ ਅਤੇ ਉਹਨਾਂ ਦੇ ਅਨਹਦ ਸ਼ਬਦ ਪ੍ਰਗਟ ਹੋ ਜਾਂਦੇ ਆ। ਕਈ ਗੁਰਮੁਖਾਂ ਨੂੰ ਥੋੜ੍ਹੀ ਮਿਹਨਤ ਜ਼ਿਆਦਾ ਕਰਨੀ ਪੈਂਦੀ ਹੈ, ਅਤੇ ਕਈ ਗੁਰਮੁਖ ਐਸੇ ਆ ਅਨਹਦ ਸ਼ਬਦਾਂ ਤੱਕ ਪਹੁੰਚ ਗਿਆ ਸੌਖਾ, ਉਹਨਾਂ ਨੂੰ ਉਸ ਤੋਂ ਗਾਂਹ ਵਧਣਾ ਔਖਾ ਲੱਗਦਾ ਹੈ, ਕਿਉਂਕਿ ਉੱਥੇ ਮਿਹਨਤ ਜ਼ਿਆਦਾ ਚਾਹੀਦੀ ਹੈ। ਫਿਰ ਹੁਣ ਅਨਹਦ ਸ਼ਬਦਾਂ ਨੂੰ ਸੁਣਨ ਲਈ ਅਸੀਂ ਜਦੋਂ ਇੱਦਾਂ ਵਾਰ-ਵਾਰ ਸੁਣ ਵਿੱਚ ਜਾਂਦੇ ਹਾਂ, ਅਤੇ ਅਸੀਂ ਫਿਰ ਧਿਆਨ ਆਪਣਾ ਅੰਤਰਗਤ ਲਾ ਲੈਣਾ ਹੁੰਦਾ, ਨਹੀਂ ਤਾਂ ਨਾਭ ਘਾਟ 'ਤੇ, ਜਾਂ ਕਈ ਵਾਰੀ ਕੀ ਹੁੰਦਾ ਕਿ ਅਸੀਂ ਕੰਨਾਂ ਦੇ ਵਿੱਚ ਧਿਆਨ ਲਾ ਸਕਦੇ ਹਾਂ, ਅਤੇ ਅਸੀਂ ਆਵਾਜ਼ ਸੁਣਨੀ ਹੈ, ਬੜੇ ਰਿਲੈਕਸ ਹੋ ਕੇ ਆਪਣਾ ਸਰੀਰ ਨੂੰ ਰਿਲੈਕਸ ਕਰ ਲੈਣਾ ਹੁੰਦਾ,
ਅਤੇ ਸਿਰਫ ਆਵਾਜ਼ ਸੁਣਨੀ ਹੈ ਕਿ ਬਰੀਕ ਆਵਾਜ਼ ਕਿਹੜੀ ਆ ਰਹੀ ਹੈ ਸਾਨੂੰ। ਜਦੋਂ ਸ਼ੁਰੂਆਤ ਹੁੰਦੀ ਆ ਅਨਹਦ ਸ਼ਬਦਾਂ ਦੀ, ਉਹ ਆਵਾਜ਼ ਹੁੰਦੀ ਜਿਵੇਂ ਕਿ ਗੁਰਮੁਖ ਜਿਹੜੇ ਆ ਸੁਣਦੇ ਆ, ਉਹਨਾਂ ਨੂੰ ਇਵੇਂ ਪ੍ਰਤੀਤ ਹੁੰਦਾ ਆ ਜਿਵੇਂ ਚਿੜੀਆਂ ਚੁਗਦੀਆਂ ਨੇ ਜਾਂ ਬੀਂਡੇ ਵੱਜ ਰਹੇ ਨੇ, ਅਤੇ ਐਸੇ ਇੱਦਾਂ ਪਹਿਲਾਂ ਪਹਿਲਾਂ ਮਹਿਸੂਸ ਹੁੰਦਾ। ਜਿਉਂ ਜਿਉਂ ਪਾਉਣ ਤੋਂ ਅਤੀਤ ਹੁੰਦੇ ਜਾਂਦੇ, ਪੂਰੀ ਤਰ੍ਹਾਂ ਇਕਾਗਰ ਹੁੰਦਾ ਧਿਆਨ ਨੂੰ ਜ਼ਿਆਦਾ ਵਿੱਚ ਲਾਉਂਦੇ ਆ, ਫਿਰ ਉਹੀ ਜਿਹੜੇ ਸ਼ਬਦ ਆ ਉਹ ਸੰਗੀਤਕ ਧੁਨਾਂ ਦੇ ਰੂਪ ਦੇ ਵਿੱਚ ਜੋ ਗੁਰੂ ਸਾਹਿਬ ਨੇ ਸਾਨੂੰ ਗੁਰਬਾਣੀ ਵਿੱਚ ਮੈਂਸ਼ਨ ਕੀਤੀਆਂ ਹੋਈਆਂ, ਦੱਸੀਆਂ ਹੋਈਆਂ, ਉਹ ਪ੍ਰਗਟ ਹੋ ਜਾਂਦੀਆਂ। ਸੋ ਉੱਥੇ ਜਾ ਕੇ ਅਨਹਦ ਸ਼ਬਦ ਕਈ ਵਾਰੀ ਐਸੇ ਹੁੰਦਾ ਹੈ ਕਿ ਸਾਨੂੰ ਅਨਹਦ ਸ਼ਬਦ ਬਹੁਤੇ ਸੁਣਦੇ ਆ, ਪਤਾ ਹੀ ਨਹੀਂ ਲੱਗਦਾ ਕਿ ਕਿਹੜੀ ਕਿਹੜੀ ਆਵਾਜ਼ ਹੈ। ਇੰਨਾ ਪਤਾ ਹੈ ਕਿ ਅੰਤਰਗਤ ਆਵਾਜ਼ ਬਹੁਤ ਆ ਰਹੀ ਹੈ। ਉੱਥੇ ਅਸੀਂ ਇਹੀ ਕੋਸ਼ਿਸ਼ ਕਰਨੀ ਹੁੰਦੀ ਕਿ ਅਨਹਦ ਸ਼ਬਦਾਂ ਦੇ ਵਿੱਚੋਂ ਜਿਹੜੀ ਇੱਕ ਰਸ ਲਗਾਤਾਰ ਆਵਾਜ਼ ਚੱਲਦੀ ਹੈ, ਜਿਸ ਨੂੰ ਸਹਿਜ ਧੁਨ ਕਿਹਾ ਹੋਇਆ, ਉਸ ਨੂੰ ਪਕੜਨਾ। ਜਿਉਂ ਜਿਉਂ ਅਸੀਂ ਪੂਰਾ ਧਿਆਨ ਲਾਉਂਦੇ ਹਾਂ ਆਵਾਜ਼ ਵਿੱਚ ਜੋ ਅੰਤਰਗਤ ਚੱਲ ਰਹੀ ਹੈ ਅਨਹਦ ਸ਼ਬਦ, ਅਤੇ ਫਿਰ ਪਾਉਣ ਤੋਂ ਮਨ ਜਿਹੜਾ ਸਾਡਾ ਅਤੀਤ ਹੁੰਦਾ ਜਾਂਦਾ ਆ, ਪਾਉਣ ਤੋਂ ਵੱਖ ਹੁੰਦਾ ਜਾਂਦਾ ਆ, ਅਤੇ ਉਹ ਆਵਾਜ਼ ਜਿਹੜੀ ਆ ਪ੍ਰਗਟ ਹੋ ਜਾਂਦੀ। ਜਦੋਂ ਸਹਿਜ ਧੁਨ ਨੂੰ ਅਸੀਂ ਪਕੜ ਲਿਆ, ਫਿਰ ਉਹਦਾ ਨਹੀਂ ਤਾਂ ਪਿੱਛਾ ਕਰਨਾ ਹੈ ਕਿ ਕਿੱਥੇ ਜਾ ਕੇ ਸਮਾਉਂਦੀ ਹੈ, ਜਾਂ ਉਸ ਸਥਾਨ ਨੂੰ ਲੱਭਣਾ ਆ ਕਿ ਕਿੱਥੋਂ ਇਹ ਪ੍ਰਗਟ ਹੋ ਰਹੀ ਆ। ਮਹਾਰਾਜ ਸਾਨੂੰ ਦੱਸਦੇ ਨੇ ਗੁਰਬਾਣੀ ਵਿੱਚ, ਇਹ ਆਵਾਜ਼ ਚੱਲਦੀ ਆ ਸੁਖਮਨਾ ਨਾੜੀ ਦੇ ਵਿੱਚ, ਆਤਮਾ ਰਾਹੀਂ ਪ੍ਰਮਾਤਮਾ ਦੀ ਆਵਾਜ਼ ਇਹ ਸਾਨੂੰ ਸੁਣਾਈ ਦਿੰਦੀ ਆ, ਜਿਹਨੂੰ ਮਹਾਰਾਜ ਕਹਿੰਦੇ ਸੁਖਮਨ ਕੈ ਘਰ ਰਾਗ ਸੁਨ, ਸੁਨ ਮੰਡਲ ਲਿਵਲਾਏ। ਕਿ ਸੁਖਮਨ ਦੇ ਘਰ ਦੇ ਵਿੱਚ, ਸੁਖਮਨਾ ਨਾੜੀ ਦੇ ਵਿੱਚ ਇਹ ਜਿਹੜਾ ਰਾਗ ਆ, ਆਵਾਜ਼ ਆ ਅਨਹਦ, ਇਹ ਚੱਲ ਰਹੀ ਹੈ। ਮਹਾਰਾਜ ਨੇ ਹੁਣ ਸਾਨੂੰ ਦੱਸ ਦਿੱਤਾ ਕਿ ਸੁਖਮਨ ਕੈ ਘਰ ਰਾਗ ਸੁਨ, ਸੁਨ ਮੰਡਲ ਲਿਵਲਾਏ। ਕਹਿੰਦੇ ਕਿ ਇਸ ਨੂੰ ਫਿਰ ਸੁਣ ਕੇ ਉਸ ਤੋਂ ਬਾਅਦ ਧਿਆਨ ਸੁਨ ਮੰਡਲ ਵਿੱਚ ਲਾ ਲੈਣਾ ਹੁੰਦਾ। ਪਰ ਇਹ ਸਾਰਾ ਸਟੈਪ ਬਾਏ ਸਟੈਪ ਕਰਨਾ ਹੁੰਦਾ ਅਭਿਆਸ। ਜਿਉਂ ਅਸੀਂ ਅਭਿਆਸ ਕਰਦੇ ਹਾਂ, ਸਾਨੂੰ ਇਹ ਪਰਪੱਕ ਕਰ ਲੈਣਾ ਚਾਹੀਦਾ ਸੁਣ ਵਿੱਚ ਜਾਣਾ, ਕਿਉਂਕਿ ਜਿਹੜੇ ਗੁਰਮੁਖ ਅਨਹਦ ਸ਼ਬਦਾਂ ਨੂੰ ਪਹਿਲਾਂ ਸੁਣਨ ਲੱਗ ਪੈਂਦੇ ਅਤੇ ਸੁਣ ਵਿੱਚ ਜਾਣਾ ਸਿੱਖਿਆ ਨਹੀਂ, ਉਹਨਾਂ ਦਾ ਜਿਹੜਾ ਦਿਮਾਗ 'ਤੇ ਜ਼ੋਰ ਪੈ ਸਕਦਾ ਹੈ ਅਤੇ ਦਿਮਾਗ ਦਾ ਸੰਤੁਲਨ ਵੀ ਵਿਗੜ ਸਕਦਾ ਹੈ। ਤਾਂ ਅਸੀਂ ਸਭ ਤੋਂ ਪਹਿਲਾਂ ਸੁਣ ਵਿੱਚ ਜਾਣਾ ਸਿੱਖ ਰਹੇ ਹਾਂ। ਸੁਣ ਵਿੱਚ ਜਦੋਂ ਜਾਣਾ ਸਿੱਖ ਰਹੇ ਹਾਂ ਅਤੇ ਫਿਰ ਕੀ ਹੁੰਦਾ ਕਿ ਗੁਰਮੁਖ ਸੁਣ 'ਚ ਜਾਂਦੇ ਆ, ਅਨਹਦ ਸ਼ਬਦ ਸੁਣਨ ਲੱਗ ਪੈਂਦੇ ਆ। ਅਨਹਦ ਸ਼ਬਦ ਜਦੋਂ ਤੋਂ ਸੁਣਨ ਲੱਗ ਪੈਣ, ਕੋਸ਼ਿਸ਼ ਇਹ ਕਰਨੀ ਹੈ ਕਿ ਤੁਸੀਂ ਰੋਮ ਰੋਮ ਸਿਮਰਨ ਅਭਿਆਸ ਪ੍ਰੈਕਟਿਸ ਕਰਨਾ ਸ਼ੁਰੂ ਕਰ ਲਓ। ਉਹ ਸ਼ੁਰੂ ਹੁੰਦਾ ਸਾਡੇ ਨਬਜ ਤੋਂ। ਜਦੋਂ ਅਸੀਂ ਇੱਕ ਹੱਥ ਦਾ ਅੰਗੂਠਾ ਲੈ ਕੇ ਦੂਜੇ ਹੱਥ ਦਾ ਜਿਹੜਾ ਅੰਗੂਠਾ ਉਹਦੇ ਨਬਜ 'ਤੇ ਅਸੀਂ ਅੰਗੂਠਾ ਰੱਖਦੇ ਹਾਂ, ਅਤੇ ਜਿਉਂ ਜਿਉਂ ਨਬਜ ਟੱਪਦੀ ਆ, ਉਹਦੇ ਨਾਲ ਗੁਰਮੰਤਰ ਦਾ ਅਭਿਆਸ ਕਰੀ ਜਾਣਾ, ਗੁਰਮੰਤਰ ਦਾ ਅਭਿਆਸ ਕਰੀ ਜਾਣਾ। ਅਤੇ ਕੀ ਹੁੰਦਾ ਹੈ ਕਿ ਫਿਰ ਸਾਡਾ ਜਿਹੜਾ ਮਨ ਆ ਉਹ ਅੰਤਰਗਤ ਹੀ ਅਭਿਆਸ ਕਰੂਗਾ, ਉੱਥੇ ਬੋਲਣਾ ਨਹੀਂ ਹੁੰਦਾ। ਅੰਤਰਗਤ ਅਭਿਆਸ ਕਰਦੇ ਕਰਦੇ ਫਿਰ ਗੁਰਮੰਤਰ ਇੱਦਾਂ ਸੁਣੀ ਜਾਣਾ। ਫਿਰ ਆਪਣੇ ਇਵੈਂਚੁਅਲੀ ਇਹ ਪ੍ਰੈਕਟਿਸ ਦੇ ਨਾਲ ਧਿਆਨ ਬਦਲ ਦੇਣਾ, ਹਿਰਦੇ ਦੀ ਧੜਕਣ 'ਤੇ ਲੈ ਜਾਣਾ। ਹਿਰਦੇ ਦੀ ਧੜਕਣ ਜਿਉਂ ਜਿਉਂ ਹਿਰਦਾ ਬੀਟ ਕਰਦਾ ਆ, ਖੂਨ ਸਿੱਟਦਾ ਆ, ਖੂਨ ਫੈਲਦਾ ਸਾਡੇ ਇਸ ਨਾੜੀਆਂ ਦੇ ਵਿੱਚ, ਇਹਦੇ ਨਾਲ ਗੁਰਮੰਤਰ ਸਾਰੇ ਸਰੀਰ 'ਚ ਚੱਲਣ ਲੱਗ ਪਊਗਾ। ਇਹ ਅਭਿਆਸ ਕਰਨਾ, ਇਹਦੇ ਨਾਲ ਕੀ ਹੋਊਗਾ ਕਿ ਜਦੋਂ ਪ੍ਰਮਾਤਮਾ ਅੰਦਰੋਂ ਗੱਜਦੇ ਆ, ਜਿਹਨੂੰ ਮਹਾਰਾਜ ਜੀ ਕਹਿੰਦੇ ਆ ਅਨੰਦ ਮੂਲ ਰਾਮ ਸਭ ਦੇਖਿਆ, ਗੁਰ ਸ਼ਬਦੀ ਗੋਵਿੰਦ ਗੱਜਿਆ, ਕਿ ਉਹ ਮੂਲ ਸਾਡਾ ਪ੍ਰਮਾਤਮਾ ਮਾਲਕ ਅਨੰਦ ਮੂਲ ਰਾਮ ਸਭ ਦੇਖਿਆ, ਉਹਨਾਂ ਨੂੰ ਅਸੀਂ ਹਰੇਕ ਜਗ੍ਹਾ ਦੇਖ ਸਕਦੇ ਹਾਂ। ਫਿਰ ਕਹਿੰਦੇ ਗੁਰ ਸ਼ਬਦੀ ਗੋਵਿੰਦ ਗੱਜਿਆ, ਉਹੀ ਫਿਰ ਮਾਲਕ ਸਾਡਾ ਗੋਬਿੰਦ ਗੱਜਦਾ ਆ। ਅਤੇ ਜਦੋਂ ਪ੍ਰਮਾਤਮਾ ਅੰਦਰੋਂ ਗੱਜਦੇ ਆ, ਆਮ ਵਿਅਕਤੀ ਉਸ ਆਵਾਜ਼ ਨੂੰ ਝੱਲ ਨਹੀਂ ਸਕਦਾ, ਅਤੇ ਜਿਹੜਾ ਨਹੀਂ ਚੱਲ ਸਕਦਾ ਉਸ ਆਵਾਜ਼ ਨੂੰ, ਜੇਕਰ ਉਹਦਾ ਸੰਤੁਲਨ ਇੱਕ ਵਾਰੀ ਵਿਗੜ ਜਾਏ ਅਤੇ ਕੋਈ ਡਾਕਟਰ ਨਹੀਂ ਇਸ ਧਰਤੀ 'ਤੇ ਜੋ ਉਸ ਦਾ ਇਲਾਜ ਮੁੜ ਕੇ ਕਰ ਸਕਦਾ।
ਤਾਂ ਜ਼ਰੂਰੀ ਆ ਕਿ ਅਸੀਂ ਸਟੈਪ ਬਾਏ ਸਟੈਪ ਚੱਲੀਏ। ਜਦੋਂ ਇੱਦਾਂ ਪ੍ਰਮਾਤਮਾ ਅੰਦਰੋਂ ਗੱਜਦੇ ਆ, ਜਿਹਨੇ ਰੋਮ ਰੋਮ ਅਭਿਆਸ ਕੀਤਾ ਹੋਇਆ, ਪ੍ਰੈਕਟਿਸ ਕੀਤੀ ਹੋਈ ਆ, ਉਹ ਚੱਲ ਲੈਂਦਾ ਹੈ ਉਸ ਆਵਾਜ਼ ਨੂੰ। ਜਦੋਂ ਉਸ ਆਵਾਜ਼ ਨੂੰ ਇੱਦਾਂ ਸੁਣਦਾ ਆ, ਉਹ ਸਹਿਜ ਸੁਭਾਅ ਦਾ ਸਮਾ ਜਾਂਦੀ ਹੈ ਅੰਦਰ। ਅਤੇ ਜਦੋਂ ਇੱਦਾਂ ਆਵਾਜ਼ ਸਮਾ ਜਾਂਦੀ, ਫਿਰ ਉਸ ਗੁਰਸਿੱਖ ਦਾ ਕੋਈ ਨੁਕਸਾਨ ਨਹੀਂ ਹੁੰਦਾ, ਉਹਨੇ ਅਭਿਆਸ ਕੀਤਾ ਹੁੰਦਾ। ਤਾਂ ਹੀ ਅਸੀਂ ਸਟੈਪ ਬਾਏ ਸਟੈਪ ਚੱਲਣਾ ਹੈ। ਹੁਣ ਕਈ ਪ੍ਰਚਾਰਕ ਨੇ, ਕਈ ਗੁਰਮੁਖ ਅਭਿਆਸ ਕਰਾ ਰਹੇ ਆ, ਕਈ ਧਿਆਨ ਦੀ ਅਵਸਥਾ ਦੇ ਵਿੱਚ ਸਿੱਧਾ ਗੁਰਮੁਖਾਂ ਨੂੰ ਲਿਜਾ ਰਹੇ ਆ। ਅਤੇ ਸਾਨੂੰ ਵੀ ਇੱਧਰ ਕਈ ਵਾਰੀ ਫੋਨ ਆਉਂਦੇ ਆ ਕਿ ਕਿਸੇ ਦਾ ਸੰਤੁਲਨ ਵਿਗੜ ਗਿਆ, ਜਾਂ ਕਿਸੇ ਨੂੰ ਜ਼ਿਆਦਾ ਠੰਡ ਲੱਗ ਰਹੀ ਆ, ਕਿਸੇ ਨੂੰ ਜ਼ਿਆਦਾ ਗਰਮੈਸ਼ ਮਹਿਸੂਸ ਹੁੰਦੀ ਆ, ਜਾਂ ਕਿਸੇ ਨੂੰ ਗੰਧਰਵ ਨਗਰੀ ਦੇ ਸੀਨ ਦੱਸੀ ਜਾਂਦੇ ਆ, ਕਿਸੇ ਨੂੰ ਸੁਖਮੀ ਦੱਸੀ ਜਾਂਦੇ ਆ ਅਤੇ ਅਪਸੈਟ ਹੋਏ ਹੋ ਆ। ਅਤੇ ਉਹ ਤਾਂ ਆ ਕਿਉਂਕਿ ਜਿਨ੍ਹਾਂ ਨੇ ਸਾਨੂੰ ਉਹ ਲੀਡ ਕੀਤਾ, ਉਹ ਕਈ ਵਾਰੀ ਗਲਤ ਜੁਗਤੀ ਦਾ ਇਸਤੇਮਾਲ ਕਰ ਦਿੰਦੇ ਆ। ਜਾਂ ਕਈ ਵਾਰੀ ਕੀ ਹੁੰਦਾ, ਕਈ ਐਸੇ ਆ ਉਹ ਜਗ੍ਹਾ ਜਗ੍ਹਾ ਸੰਗਤ ਕਰਦੇ ਆ। ਹੁਣ ਉਹਨਾਂ ਨੇ ਇੱਕ ਤੋਂ ਜੁਗਤੀ ਸਿੱਖ ਲਈ, ਉਹਨੇ ਪੂਰੀ ਸੰਗਤ ਕੀਤੀ ਹੋਵੇ ਮੋਹਰੇ ਜਾਂ ਨਹੀਂ, ਉਹਨੇ ਉਸ ਜਗਿਆਸੂ ਨੂੰ ਸਮਝਾ ਦਿੱਤਾ। ਉਹ ਜਗਿਆਸੂ ਘੁੰਮਦਾ ਫਿਰਦਾ ਸਾਡੇ ਕੋਲ ਆ ਜਾਂਦਾ ਇੱਥੇ, ਉਹ ਸਾਨੂੰ ਪੁੱਛਣ ਲੱਗ ਪੈਂਦੇ ਆ। ਅਤੇ ਉਹਨਾਂ ਦੇ ਮਨ 'ਚ ਕਈ ਵਾਰੀ ਉਹ ਜਿਹੜਾ ਅਭਿਆਸ ਪਹਿਲੇ ਨੇ ਦੱਸਿਆ ਹੁੰਦਾ, ਉਹ ਪਰਿਪੱਕ ਹੋਇਆ ਹੁੰਦਾ ਹੈ। ਅਤੇ ਜੇ ਉਹਨਾਂ ਨੂੰ ਅਸੀਂ ਅਭਿਆਸ ਕਰਾਉਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਕੀ ਹੁੰਦਾ ਕਿ ਜਿਹੜਾ ਪਹਿਲਾਂ ਉਹਨਾਂ ਦਾ ਪਰਿਪੱਕ ਹੋਇਆ, ਉਹ ਫਿਰ ਮੁੜ ਮੁੜ ਉੱਥੇ ਧਿਆਨ ਲੈ ਕੇ ਜਾਂਦੇ। ਜਦੋਂ ਕਈ ਵਾਰੀ ਅਸੀਂ ਕਹਿ ਵੀ ਦਿੰਦੇ ਕਿ ਨਹੀਂ, ਉੱਧਰ ਨਹੀਂ ਧਿਆਨ ਲੈ ਕੇ ਜਾਣਾ, ਉਹ ਫਿਰ ਜਿਹੜਾ ਜੀਵ ਆ, ਜਗਿਆਸੂ ਆ, ਉਹ ਕਈ ਵਾਰੀ ਕਨਫਿਊਜ਼ ਹੋ ਜਾਂਦਾ, ਜਾਂ ਗੰਧਰਵ ਨਗਰੀ ਦੇ ਵਿੱਚ ਪ੍ਰਵੇਸ਼ ਹੋ ਜਾਂਦਾ, ਜਾਂ ਉਹ ਫਿਰ ਉਹਨਾਂ ਦਾ ਰਾਹ ਜਿਹੜਾ ਆ ਪੂਰੀ ਤਰ੍ਹਾਂ ਬਣਦਾ ਨਹੀਂ। ਤਾਂ ਹੀ ਹੁਣ ਜਿਵੇਂ ਗੁਰਮੁਖ ਪਿਤਾ ਜੀ ਹੁਣੀ ਯੂਨੀਵਰਸਿਟੀ ਬਣਾਈ ਉੱਥੇ ਮੋਗੇ, ਉੱਥੇ ਇੱਦਾਂ ਸਟੈਪ ਬਾਏ ਸਟੈਪ ਗੁਰਮੁਖ ਸਮਝਾਉਂਦੇ ਆ ਕਿ ਕਿਵੇਂ ਕਿਵੇਂ ਚੱਲਣਾ। ਜਿਨ੍ਹਾਂ ਨੇ ਪੂਰੀ ਸੰਗਤ ਕੀਤੀ ਹੁੰਦੀ ਆ, ਉਹਨਾਂ ਨੂੰ ਸੌਖਾ ਹੋ ਜਾਂਦਾ ਹੈ ਆਪ ਅਭਿਆਸ ਕਰਨਾ ਅਤੇ ਦੂਜਿਆਂ ਨੂੰ ਦੱਸਣਾ। ਜਿਨ੍ਹਾਂ ਨੇ ਨਹੀਂ, ਉਹ ਫਿਰ ਕੀ ਕਰਦੇ, ਉਹ ਗਿਆਨ ਕਈ ਵਾਰੀ ਅੱਧਾ ਲੈ ਕੇ ਨੱਠ ਜਾਂਦੇ, ਜਿਹਨੂੰ ਸਿੱਧੀ ਪੰਜਾਬੀ 'ਚ ਕਹਿ ਸਕਦੇ, ਅੱਧਾ ਇਲਹਾਮ ਲੈ ਕੇ ਭੱਜ ਗਿਆ। ਉਹ ਫਿਰ ਦੂਜਿਆਂ ਨੂੰ ਅੱਧਾ ਇਲਹਾਮ ਦੱਸੀ ਜਾਂਦੇ ਆ, ਪੂਰੀ ਗੱਲ ਦਾ ਉਹਨਾਂ ਨੂੰ ਭੇਦ ਨਹੀਂ ਹੁੰਦਾ। ਇਹ ਸਿੱਖਿਆ ਆ ਜੋ ਅਸੀਂ ਲੈ ਰਹੇ ਹਾਂ ਬ੍ਰਹਮ ਦੀ ਗੁਰਬਾਣੀ ਰਾਹੀਂ, ਕਿ ਕਿਵੇਂ ਅਸੀਂ ਮਨ ਨੂੰ ਆਪਣੀ ਮੁੱਢਲੀ ਅਵਸਥਾ ਦੇ ਵਿੱਚ, ਪਹਿਲੀ ਅਵਸਥਾ ਦੇ ਵਿੱਚ ਲੈ ਕੇ ਜਾਣਾ। ਹੁਣ ਗੁਰਬਾਣੀ ਦੇ ਵਿੱਚ ਸਾਨੂੰ ਸਮਝਾ ਦਿੱਤਾ, ਜਿੰਨਾ ਅਸੀਂ ਦੂਰ ਪਰਮਾਤਮਾ ਤੋਂ ਜਾਂਦੇ ਹਾਂ ਨਾ, ਓਨਾ ਹੀ ਸਾਡਾ ਮਨ ਜਿਹੜਾ ਦੁਖੀ ਹੈ ਇੱਥੇ ਤ੍ਰੈਗੁਣਾਂ ਦੇ ਵਿੱਚ। ਅਤੇ ਜੇ ਮਨ ਦੁਖੀ ਆ, ਫਿਰ ਸਰੀਰ ਨੂੰ ਵੀ ਦੁੱਖ ਮਿਲਦਾ ਹੈ। ਸਾਡਾ ਜਿਹੜਾ ਮੁੱਢਲੀ ਅਵਸਥਾ ਉਹ ਹੈ ਹੀ ਬ੍ਰਹਮ ਆ, ਕਿ ਸਭ ਤੋਂ ਪਹਿਲਾਂ ਕੌਣ ਸੀ ਇੱਥੇ? ਸੱਚ, ਪ੍ਰਮਾਤਮਾ, ਮੂਲ ਸਾਡਾ ਇੱਕ ਤੋਂ ਹੀ ਖੇਡ ਸ਼ੁਰੂ ਹੋਈ, ਇੱਕ ਓਅੰਕਾਰ, ਉਹ ਨਿਰਗੁਣ ਸਰੂਪ ਪ੍ਰਮਾਤਮਾ, ਉਹੀ ਸਾਡੀ ਮੁੱਢਲੀ ਅਵਸਥਾ ਆ। ਉੱਥੇ ਹੀ ਜਾ ਕੇ ਅਸੀਂ ਸਮਾਉਣਾ ਆ। ਪ੍ਰਮਾਤਮਾ ਨੂੰ ਵੀ ਸੁਣ ਕਹਿ ਦਿੱਤਾ ਆ। ਜਿੰਨਾ ਅਸੀਂ ਲਾਗੇ ਪ੍ਰਮਾਤਮਾ ਦੇ ਹੁੰਦੇ ਹਾਂ, ਓਨਾ ਹੀ ਜ਼ਿਆਦਾ ਸਾਡਾ ਜਿਹੜਾ ਮਨ ਆ ਸ਼ਾਂਤ ਹੁੰਦਾ। ਜਦੋਂ ਸਾਡਾ ਮਨ ਇੱਥੇ ਤ੍ਰੈਗੁਣਾਂ ਦੇ ਵਿੱਚ ਆ ਜਾਂਦਾ ਆ, ਵਿਚਾਰਾਂ ਦੇ ਵਿੱਚ ਆ ਗਿਆ, ਚਿੰਤਾਵਾਂ ਇਹਨੂੰ ਚੁੰਬੜ ਜਾਂਦੀਆਂ, ਅਤੇ ਇਹ ਫਿਰ ਉਸ ਅਵਸਥਾ ਨੂੰ ਖੋਹ ਬੈਠਦਾ ਆ, ਅਤੇ ਸਾਡਾ ਮਨ ਜਿਹੜਾ ਅਸ਼ਾਂਤ ਹੋ ਜਾਂਦਾ। ਅਤੇ ਜਿਹੜਾ ਅਸ਼ਾਂਤ ਹੋਇਆ ਮਨ ਆ, ਫਿਰ ਉਹ ਮਨ ਰੋਗੀ ਹੁੰਦਾ ਆ, ਅਤੇ ਉਸ ਸਰੀਰ ਨੂੰ ਵੀ ਫਿਰ ਸੁੱਖ ਨਹੀਂ ਮਿਲਦਾ ਜਿਸ ਸਰੀਰ ਦੇ ਵਿੱਚ ਉਹ ਵੱਸਦਾ ਆ। ਆ ਜਿਹੜਾ ਪੰਜ ਤੱਤ ਵਾਲਾ ਪੰਜ ਭੂਤਕ ਸਰੀਰ ਸਾਡਾ, ਜਦੋਂ ਅਸੀਂ ਪ੍ਰਮਾਤਮਾ ਤੋਂ ਦੂਰ ਹੁੰਦੇ ਹਾਂ, ਮਹਾਰਾਜ ਨੇ ਗੁਰਬਾਣੀ ਸਾਨੂੰ ਸਮਝਾਇਆ ਹੋਇਆ, ਉਦੋਂ ਅਸੀਂ ਪ੍ਰੇਤਾਂ ਵਾਂਗ ਹਾਂ। ਜਿਵੇਂ ਮਹਾਰਾਜ ਕਹਿੰਦੇ ਆ ਗੁਰਬਾਣੀ ਦੇ ਵਿੱਚ, ਕਲਮੇ ਪ੍ਰੇਤ ਜਿਨੀ ਰਾਮ ਨਾ ਪਛਾਤਾ, ਸਤਜੁਗ ਪਰਮ ਹੰਸ ਵਿਚਾਰੇ, ਦੁਆਪਰ ਤ੍ਰੇਤੈ ਮਾਨਸ ਵਰਤੇ, ਵਿਰਲੇ ਹੋਮੈ ਮਾਰੇ। ਕਿ ਸਾਡਾ ਮਨ ਜਿੰਨਾ ਜ਼ਿਆਦਾ ਸਮਾਂ ਇਹ ਬਾਹਰ ਰਹਿ ਚੁੱਕਾ ਆ, ਪ੍ਰਮਾਤਮਾ ਤੋਂ ਦੂਰ ਰਹਿ ਚੁੱਕਾ ਹੈ ਇੱਥੇ ਤ੍ਰੈਗੁਣਾਂ ਦੇ ਵਿੱਚ ਆ ਕੇ, ਅਤੇ ਇਹਦੀ ਜਿਹੜੀ ਅਵਸਥਾ ਹੈ ਵਿਗੜਦੀ ਗਈ। ਸਤਯੁਗ ਦੇ ਵਿੱਚ ਸਾਨੂੰ ਪਰਮਹੰਸ ਕਹਿੰਦੇ ਸਨ, ਅਤੇ ਦੁਆਪਰ ਤ੍ਰੇਤੈ ਦੇ ਵਿੱਚ ਪਰਮਹੰਸ ਤੋਂ ਨੀਚੇ ਆ ਕੇ ਇਹ ਮਨੁੱਖ ਰੂਪ ਹੋ ਗਿਆ ਮਨ ਸਾਡਾ। ਅਤੇ ਇਹੀ ਮਨ ਹੁਣ ਕਲਯੁਗ ਦੇ ਵਿੱਚ ਆ ਕੇ ਉਹ ਪਛਾਣਦਾ ਹੀ ਨਹੀਂ ਪਰਮਾਤਮਾ ਨੂੰ, ਇਹ ਹੋ ਗਿਆ ਪ੍ਰੇਤ ਦੀ ਨਿਆਈ। ਫਿਰ ਮਹਾਰਾਜ ਸਾਨੂੰ ਗੁਰਬਾਣੀ 'ਚ ਸਮਝਾਉਂਦੇ ਆ ਕਿ ਜਦੋਂ ਸਾਡਾ ਮਨ ਐਸਾ ਪ੍ਰੇਤ ਆ, ਇਹਨੂੰ ਮਨਮੁਖ ਵੀ ਕਹਿ ਦਿੱਤਾ ਆ,
ਇਹਦੀ ਜਿਹੜੀ ਸੁੰਦਰਤਾ ਆ ਉਹ ਵੀ ਜਾਂਦੀ ਲੱਗੀ, ਇਹ ਕੁਰੂਪ ਹੋ ਗਿਆ। ਅਗਲੀ ਜਿਹਨੂੰ ਕਹਿੰਦੇ ਇੰਗਲਿਸ਼ ਵਿੱਚ, ਸੋਹਣਾ ਨਹੀਂ ਰਿਹਾ। ਮਹਾਰਾਜ ਕਹਿੰਦੇ ਮਨਮੁਖ ਕਾਇਰ ਕੁਰੂਪ ਹੈ, ਬਿਨ ਨਾਵੈ ਨਕ ਨਾਹੇ। ਕਿ ਜਿਹੜਾ ਮਨਮੁਖ ਆ ਉਹ ਕਾਇਰ ਆ, ਉਹ ਬਰੇਵ ਨਹੀਂ, ਉਹ ਕਾਵਰਡਲੀ ਆ। ਕਾਇਰ ਆ, ਕੁਰੂਪ ਆ। ਮਨਮੁਖ ਕਾਇਰ ਕੁਰੂਪ ਹੈ, ਬਿਨ ਨਾਵੈ ਨਕ ਨਾਹੇ। ਤੇ ਨਾਮ ਤੋਂ ਹੀਣਾ ਹੋਣ ਕਾਰਨ ਇਹਦਾ ਨੱਕ ਜਿਹੜਾ ਵੱਢਿਆ ਗਿਆ, ਇਹਦੀ ਇੱਜ਼ਤ ਨਹੀਂ ਰਹਿੰਦੀ ਇਸ ਮਨ ਦੀ। ਹੁਣ ਧਿਆਨ ਨਾਲ ਸੁਣਿਓ ਕਿ ਸਾਡੀ ਅਵਸਥਾ ਕੀ ਆ ਤੇ ਅਸੀਂ ਕਿੱਥੇ ਤੱਕ ਜਾਣਾ ਆ। ਹੁਣ ਜੇਕਰ ਅਸੀਂ ਪ੍ਰਮਾਤਮਾ ਤੋਂ ਦੂਰ ਆ, ਜੇ ਅਸੀਂ ਸੰਗਤ ਨਹੀਂ ਕਰਦੇ, ਫਿਰ ਮਹਾਰਾਜ ਕਹਿੰਦੇ ਬਿਨ ਸੰਗਤੀ ਸਭ ਐਸੇ ਰਹੇ, ਜੈਸੇ ਪਸ ਢੋਰ, ਜਿਨ ਕੀਤੇ ਤਿਸੈ ਨ ਜਾਣਨੀ, ਬਿਨ ਨਾਵੈ ਸਭ ਚੋਰ। ਕਹਿੰਦੇ ਕਿ ਜੇ ਸੰਗਤ ਨਹੀਂ ਅਸੀਂ ਕਰਦੇ, ਜਿਹੜੇ ਮਾੜੇ ਤੋਂ ਮਾੜੇ ਪਸ਼ੂ ਆ, ਢੋਰ, ਉਹਨਾਂ ਦੇ ਬਰਾਬਰ ਆ ਸਾਡਾ ਜਿਹੜਾ ਮਨ ਆ। ਜਿਹਨੇ ਸਾਡੀ ਸਿਰਜਣਾ ਕੀਤੀ ਉਹਨੂੰ ਜਾਣਿਆ ਨਹੀਂ, ਤੇ ਸਾਡੇ ਤੇ ਚੋਰ ਦਾ ਜਿਹੜਾ ਸਟੈਂਪ ਆ ਲੱਗਦਾ ਹੈ, ਕਿ ਚੋਰ ਦਾ ਖਿਤਾਬ ਸਾਨੂੰ ਦਿੱਤਾ ਜਾਂਦਾ ਹੈ। ਜਿਨ ਕੀਤੇ ਤਿਸੈ ਨਾ ਜਾਣਨੀ, ਬਿਨ ਨਾਵੈ ਸਭ ਚੋਰ। ਉਸੇ ਨਾਮ ਤੋਂ ਹੀਣੇ ਅਸੀਂ ਰਹਿੰਦੇ ਹਾਂ, ਤੇ ਸਾਡੇ ਮਨ ਨੂੰ ਕਮਲਾ ਕਿਹਾ ਹੋਇਆ ਹੈ। ਕਹਿੰਦੇ ਬਿਨ ਨਾਵੈ ਜਗ ਕਮਲਾ, ਫਿਰੈ ਗੁਰਮੁਖ ਨਦਰੀ ਆਇਆ। ਗੁਰਮੁਖ ਜਿਹੜੇ ਆ ਉਹ ਪ੍ਰਮਾਤਮਾ ਦੀ ਨਜ਼ਰਾਂ ਦੇ ਵਿੱਚ ਆਉਂਦੇ ਆ, ਤੇ ਉਹ ਆਪਣੇ ਮਾਲਕ ਨੂੰ ਆਪਣੇ ਨਜ਼ਰਾਂ ਦੇ ਵਿੱਚ ਵੀ ਰੱਖਦੇ ਆ, ਉਹ ਸਨਮੁਖ ਰਹਿੰਦੇ ਆ ਹਮੇਸ਼ਾ। ਤੇ ਜਿਹੜਾ ਜੀਵ ਮਨ ਨਾਮ ਤੋਂ ਹੀਣਾ ਆ, ਉਹ ਕਮਲਾ ਆ। ਹੁਣ ਦੂਜੇ ਪਾਸੇ ਜੇਕਰ ਅਸੀਂ ਨਾਮ ਦੀ ਕਮਾਈ ਕਰਦੇ ਹਾਂ, ਸਾਨੂੰ ਫਿਰ ਉਲਟ ਕਿਹਾ ਹੋਇਆ, ਸਾਨੂੰ ਪੜ੍ਹਿਆ ਗਿਣਿਆ ਜਾਂਦਾ, ਸਾਨੂੰ ਪੰਡਿਤ ਕਿਹਾ ਹੋਇਆ। ਸੋ ਪੜ੍ਹਿਆ ਸੋ ਪੰਡਿਤ ਬੀਨਾ, ਜਿਨੀ ਕਮਾਣਾ ਨਾਉ। ਕਿ ਜਿਹਨੇ ਨਾਮ ਦੀ ਕਮਾਈ ਕੀਤੀ ਉਹਨੂੰ ਸਕਾਲਰ ਗਿਣਿਆ ਜਾਂਦਾ, ਉਹਨੂੰ ਪੜ੍ਹਿਆ ਸਮਝਿਆ ਜਾਂਦਾ ਹੈ ਦਰਗਾਹ ਦੇ ਵਿੱਚ, ਉਹਨੂੰ ਵਿਦਵਾਨ ਸਮਝਿਆ ਜਾਂਦਾ ਹੈ। ਉਸ ਮਨ ਨੂੰ ਵਿਦਵਾਨ ਸਮਝਿਆ ਜਾਂਦਾ ਜਿਸ ਨੇ ਨਾਮ ਦੀ ਕਮਾਈ ਕੀਤੀ। ਜਿੱਥੇ ਮਨਮੁਖ ਨੂੰ ਕੁਰੂਪ ਕਿਹਾ ਹੋਇਆ ਹੈ ਕਿ ਅਗਲੀ ਆ, ਸੋਹਣਾ ਨਹੀਂ, ਜਿਹੜਾ ਗੁਰਮੁਖ ਆ, ਜਿਹਨੇ ਨਾਮ ਦੀ ਕਮਾਈ ਕੀਤੀ ਆ, ਉਹਨਾਂ ਨੂੰ ਸੋਹਣੇ ਗਿਣਿਆ ਜਾਂਦਾ ਦਰਗਾਹ ਦੇ ਵਿੱਚ, ਉਹਨਾਂ ਨੂੰ ਸੁੰਦਰ ਕਿਹਾ ਗਿਆ ਹੈ। ਮਹਾਰਾਜ ਕਹਿੰਦੇ ਆ, ਸੇ ਜਨ ਸਭ ਦੇ ਸੋਹਣੇ ਤਿਤ ਸੱਚਾ ਦਰਬਾਰ। ਜਿਨ੍ਹਾਂ ਨੇ ਆਪਣੇ ਮਨ ਨੂੰ ਸ਼ਬਦ ਨਾਲ ਜੋੜਿਆ, ਉਹਨਾਂ ਨੂੰ ਸੱਚੇ ਦਰਬਾਰ ਦੇ ਵਿੱਚ ਸੋਹਣਾ ਗਿਣਿਆ ਗਿਆ। ਜਿਹੜੇ ਸੰਗਤ ਕਰਦੇ ਆ ਜੀ, ਮਹਾਰਾਜ ਕਹਿੰਦੇ ਸਈ ਸੁੰਦਰ ਸੋਹਣੇ, ਸਾਧ ਸੰਗ ਜਿਨ ਬਹਿਣੇ। ਜਿਹੜੇ ਸੰਗਤ ਵਿੱਚ ਜਾ ਕੇ ਬੈਠਦੇ ਆ, ਕਹਿੰਦੇ ਉਹ ਬਹੁਤ ਸੋਹਣੇ ਆ। ਜਿੱਥੇ ਮਨਮੁਖ ਨੂੰ ਕਾਇਰ ਕਿਹਾ ਹੋਇਆ ਹੈ, ਜਿਹੜੇ ਗੁਰਮੁਖ ਜਨ ਸੰਗਤ ਕਰਦੇ ਆ, ਸਾਧ ਸੰਗਤ ਕਰਦੇ ਆ, ਉਹਨਾਂ ਨੂੰ ਸੂਰਬੀਰ ਕਿਹਾ ਹੋਇਆ, ਉਹਨਾਂ ਨੂੰ ਸੁੰਦਰ ਕਿਹਾ ਹੋਇਆ। ਮਹਾਰਾਜ ਕਹਿੰਦੇ ਸੁੰਦਰ ਸੁਗੜ ਸੂਰ, ਸੋ ਬੇਤਾ ਜੋ ਸਾਧੂ ਸੰਗ ਪਾਵੇ। ਉਹ ਬੜੇ ਵਿਦਵਾਨ, ਬੜੇ ਵਾਈਜ਼ ਗਿਣੇ ਜਾਂਦੇ ਆ, ਜਿਹੜੇ ਗੁਰਮੁਖ ਜਨ ਸੰਗਤ ਕਰਦੇ ਆ, ਨਾਮ ਨਾਲ ਜੁੜਦੇ ਆ। ਇਹ ਸਾਡੀ ਜਿਹੜੀ ਮੁੱਢਲੀ ਅਵਸਥਾ ਆ, ਜਿਉਂ-ਜਿਉਂ ਅਸੀਂ ਨਾਮ ਸਿਮਰਨ ਕਰਦੇ ਹਾਂ, ਅਭਿਆਸ ਕਰਦੇ ਹਾਂ, ਸੰਗਤ ਕਰਦੇ ਹਾਂ, ਉਹ ਸਾਨੂੰ ਪ੍ਰਾਪਤ ਹੁੰਦੀ ਆ। ਇਹ ਮੁੱਢਲੀ ਅਵਸਥਾ, ਜਿਵੇਂ ਭਾਸ਼ਾ ਦੇ ਵਿੱਚ ਅਸੀਂ ਕਹਿ ਦਿੰਦੇ ਹਾਂ ਕਿ ਸਨਾਤਨ ਧਰਮ, ਕਿ ਜਿਹੜਾ ਪਹਿਲਾ ਧਰਮ ਸੀਗਾ ਲੋਕੀ ਪ੍ਰੈਕਟਿਸ ਕਰਦੇ ਸੀ ਦੁਨੀਆ ਦੇ ਵਿੱਚ, ਉਹਨੂੰ ਸਨਾਤਨ ਧਰਮ ਗਿਣਿਆ ਜਾਂਦਾ। ਸਨਾਤਨ ਲਫ਼ਜ਼ ਹੈ ਕਿ ਮੁੱਢਲੀ ਜਿਹੜੀ ਅਵਸਥਾ ਆ, ਉਹਨੂੰ ਅਸੀਂ ਹਾਸਲ ਕਰਦੇ ਹਾਂ। ਅਤੇ ਜਦੋਂ ਅਸੀਂ ਇੱਥੇ ਤ੍ਰੈ ਗੁਣਾਂ ਦੇ ਵਿੱਚ ਆਉਂਦੇ ਹਾਂ, ਇੱਥੇ ਅਸੀਂ ਆ ਕੇ ਸੌਂ ਜਾਂਦੇ ਹਾਂ, ਜਿਹਨੂੰ ਮਾਰੇ ਕਹਿੰਦੇ ਤਹੀ ਗੁਣੀ ਸੰਸਾਰ ਭਰਮ ਸੁਤਾ ਸੁਦਿਆ ਰਹਿਣ ਮਿਹਾਣੀ। ਕਿ ਤ੍ਰੈ ਗੁਣਾਂ ਦੇ ਵਿੱਚ ਆ ਕੇ ਸਾਡਾ ਜਿਹੜਾ ਮਨ ਆ ਸੌਂ ਜਾਂਦਾ ਹੈ। ਜਦੋਂ ਅਸੀਂ ਇਸ ਤੋਂ ਫਿਰ ਉਲਟਦੇ ਹਾਂ ਨਾ, ਇਸ ਤੋਂ ਅਸੀਂ ਆਪਣੇ ਮਨ ਨੂੰ ਉੱਪਰ ਉਠਾ ਲੈਂਦੇ ਆ, ਤ੍ਰੈ ਗੁਣਾਂ ਤੋਂ ਸਾਡਾ ਮਨ ਜਿਹੜਾ ਹੈ ਉੱਪਰ ਉੱਠ ਜਾਂਦਾ ਆ। ਫਿਰ ਮਹਾਰਾਜ ਕਹਿੰਦੇ ਆ, ਅਬ ਮਨ ਉਲਟ ਸਨਾਤਨ ਹੁਆ। ਕਿ ਸਾਡਾ ਜਿਹੜਾ ਮਨ ਹੈ ਸਨਾਤਨ ਹੋ ਜਾਂਦਾ, ਪੁਰਾਣਾ, ਮੁੱਢਲੀ ਅਵਸਥਾ ਦੇ ਵਿੱਚ ਆ ਜਾਂਦਾ ਆ। ਅਬ ਮਨ ਉਲਟ ਸਨਾਤਨ ਹੁਆ,
ਤਬ ਜਾਣਿਆ ਜਬ ਜੀਵਤ ਮੂਆ। ਮਹਾਰਾਜ ਕਹਿੰਦੇ ਆ ਕਿ ਸਾਡਾ ਜਿਹੜਾ ਮਨ ਆ ਉਹ ਸਨਾਤਨ ਰੂਪ ਹੋ ਜਾਂਦਾ, ਮੁੱਢਲੀ ਅਵਸਥਾ ਦੇ ਵਿੱਚ ਆ ਜਾਂਦਾ, ਅਤੇ ਉਦੋਂ ਹੁੰਦਾ ਆ ਜਦੋਂ ਅਸੀਂ ਜੀਂਦਿਆਂ ਜੀ ਆਪਣੇ ਮਨ ਨੂੰ ਮਾਰ ਲੈਂਦੇ ਹਾਂ। ਮਹਾਰਾਜ ਫਰਮਾਉਂਦੇ ਨੇ ਕਿ ਜਿਹੜਾ ਸਾਡਾ ਮਨ ਆ ਇਹ ਮਰਦਾ ਆ ਸ਼ਬਦ ਦੁਆਰਾ। ਸ਼ਬਦ ਮਰੈ ਤਿਸ ਸਦਾ ਆਨੰਦ, ਸਤਿਗੁਰ ਭੇਟੇ ਗੁਰ ਗੋਬਿੰਦ, ਨਾ ਫਿਰ ਮਰੈ ਨਾ ਆਵੈ ਜਾਏ, ਪੂਰੇ ਗੁਰ ਤੇ ਸਾਚ ਸਮਾਏ। ਕਿ ਜਦੋਂ ਅਸੀਂ ਸ਼ਬਦ ਨਾਲ ਜੁੜਦੇ ਹਾਂ, ਸਾਡਾ ਜਿਹੜਾ ਮਨ ਆ ਇਹ ਫਿਰ ਮਰਦਾ ਆ ਅਤੇ ਆਨੰਦ ਦੀ ਅਵਸਥਾ ਦੇ ਵਿੱਚ ਆਉਂਦਾ ਆ। ਇਹ ਫਿਰ ਸੱਚ ਵਿੱਚ ਮਨ ਸਮਾਉਂਦਾ ਆ ਸ਼ਬਦ ਨਾਲ ਜੁੜ ਕੇ, ਅਤੇ ਉਸ ਘਰ ਵਿੱਚ ਜਾ ਕੇ ਇਹਨੂੰ ਫਿਰ ਸੁਰਜੀਤ ਕੀਤਾ ਜਾਂਦਾ, ਜਿਹਨੂੰ ਮਹਾਰਾਜ ਕਹਿੰਦੇ ਆ ਕਿ ਸਤਿਗੁਰ ਕੈ ਜਨਮੈ ਗਵਨ ਮਟਾਇਆ। ਕਿ ਜਦੋਂ ਅਸੀਂ ਸਤਿਗੁਰ ਦੇ ਘਰ ਦੇ ਵਿੱਚ ਪ੍ਰਕਾਸ਼ ਹੋ ਜਾਂਦਾ, ਸਾਡਾ ਜਨਮ ਹੋ ਜਾਂਦਾ ਸਤਿਗੁਰ ਦੇ ਘਰ ਦੇ ਵਿੱਚ, ਸਾਡਾ ਆਵਾਗਾਉਣ ਜਿਹੜਾ ਆ ਜਨਮ ਮਰਨ ਦਾ ਗੇੜ ਇਹ ਖਤਮ ਹੋ ਜਾਂਦਾ। ਸੋ ਇਹ ਅਭਿਆਸ ਜੋ ਵੀ ਅਸੀਂ ਸਪਿਰਿਚੁਅਲਿਟੀ ਪ੍ਰੈਕਟਿਸ ਕਰ ਰਹੇ ਹਾਂ, ਮੈਡੀਟੇਸ਼ਨ ਕਰ ਰਹੇ ਹਾਂ ਗੁਰਬਾਣੀ ਮੁਤਾਬਕ, ਇਸ ਦੇ ਵਿੱਚ ਅਸੀਂ ਆਪਣੇ ਮਨ ਨੂੰ ਮੁੜ ਕੇ ਬ੍ਰਹਮ ਦੇ ਵਿੱਚ ਲੀਨ ਕਰ ਰਹੇ ਹਾਂ, ਪਰਮਾਤਮਾ ਦੇ ਵਿੱਚ ਇਹਨੂੰ ਬ੍ਰਹਮ ਰੂਪ ਬਣਾ ਰਹੇ ਹਾਂ ਆਪਣੇ ਮਨ ਨੂੰ, ਅਰਥਾਤ ਕਿ ਇਹਨੂੰ ਆਪਣੀ ਮੁੱਢਲੀ ਅਵਸਥਾ ਦੇ ਵਿੱਚ ਲਿਜਾ ਰਹੇ ਹਾਂ। ਸੱਚ ਜਿਹਨੂੰ ਮਹਾਰਾਜ ਕਹਿੰਦੇ ਆ, ਨਾਨਕ ਗੁਰਮੁਖ ਆਪ ਪਛਾਣੈ ਪ੍ਰਭ ਜੈਸੇ ਅਵਿਨਾਸੀ। ਕਿ ਜਿਹੜੇ ਗੁਰਮੁਖ ਨੇ ਆਪਣੀ ਪਛਾਣ ਕਰ ਲਈ, ਉਹਦੇ ਵਿੱਚ ਅਤੇ ਪਰਮਾਤਮਾ ਦੇ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ। ਅਤੇ ਮਹਾਰਾਜ ਸਾਨੂੰ ਸਮਝਾਉਂਦੇ ਨੇ ਗੁਰਬਾਣੀ 'ਚ, ਕਹਿੰਦੇ ਕਿ ਬੱਬਾ ਬ੍ਰਹਮ ਜਾਣਤ ਤੇ ਬ੍ਰਹਮਾ। ਜਿਹੜੇ ਗੁਰਮੁਖ ਜਨ ਬ੍ਰਹਮ ਨੂੰ ਜਾਣ ਲੈਂਦੇ ਆ, ਉਹ ਵੀ ਬ੍ਰਹਮ ਦਾ ਰੂਪ ਹੀ ਬਣ ਜਾਂਦੇ ਆ। ਬੈਸਨੋ ਤੇ ਗੁਰਮੁਖ ਸੁਚ ਧਰਮਾ, ਉਹ ਅਸਲੀ ਬੈਸਨੋ ਨੇ, ਅਤੇ ਉਹ ਅਸਲੀ ਜਿਹੜਾ ਸੱਚਾ ਸੁੱਚਾ ਧਰਮ ਆ, ਸੁੱਚਾ ਧਰਮ ਆ ਜਿਹੜਾ, ਉਹਨੂੰ ਪ੍ਰੈਕਟਿਸ ਕਰਦੇ ਆ। ਉਹ ਧਰਮ ਇਹੀ ਹੈ ਕਿ ਸੱਚ ਨੂੰ ਦ੍ਰਿੜ ਕਰਨਾ, ਨਾਮ ਨੂੰ ਦ੍ਰਿੜ ਕਰਨਾ। ਫਿਰ ਕਹਿੰਦੇ ਵੀਰਾ ਆਪਨ ਬੁਰਾ ਮਿਟਾਵੈ। ਕਹਿੰਦੇ ਕਿ ਵੀਰ ਸੂਰਬੀਰ ਉਹ ਨੇ ਜਿਹੜਾ ਅੰਦਰੋਂ ਆਪਣਿਓ ਬੁਰਾ ਜਿਹੜਾ ਆ ਮਿਟਾਉਂਦੇ ਨੇ। ਮਾੜੇ ਖਿਆਲ, ਮਾੜਾ ਜਿਹੜਾ ਸਾਡੇ ਅੰਦਰ ਭਾਵਨਾਵਾਂ ਨੇ, ਕਾਮ ਕ੍ਰੋਧ ਹੰਕਾਰ, ਇਹਨਾਂ ਨੂੰ ਮਿਟਾਉਣ ਦੀ ਕੋਸ਼ਿਸ਼ ਕਰਦਾ, ਉਹ ਅਸਲੀ ਸੂਰਬੀਰ ਆ। ਵੀਰਾ ਆਪਣਾ ਬੁਰਾ ਮਿਟਾਵੈ, ਉਹ ਫਿਰ ਇਹਨਾਂ ਨੂੰ ਕਾਬੂ ਕਰ ਲੈਂਦੇ ਪੰਜਾਂ ਦੂਤਾਂ ਨੂੰ। ਵੀਰਾ ਆਪਨ ਬੁਰਾ ਮਿਟਾਵੈ, ਤਾਹੂ ਬੁਰਾ ਨਿਕਟ ਨਹੀਂ ਆਵੈ। ਅਤੇ ਜਿਹਨੇ ਆਪਣੇ ਅੰਦਰੋਂ ਬੁਰਿਆਈ ਖਤਮ ਕਰ ਲਏ, ਉਹਦੇ ਨੇੜੇ ਬੁਰਿਆਈ ਕਦੇ ਆਉਂਦੀ ਨਹੀਂ। ਬਾਧਿਓ ਆਪਨ ਹੋਂ ਬੰਦਾ। ਕਹਿੰਦੇ ਕਿ ਜਿਹੜੇ ਆਮ ਜੀਵ ਆ ਉਹ ਹਉਮੈ ਦੇ ਵਿੱਚ ਰਹਿੰਦੇ ਹੁੰਦੇ ਆ, ਬੰਨੇ ਹੁੰਦੇ ਆ ਹਉਮੈ ਦੇ ਵਿੱਚ। ਬਾਧਿਓ ਆਪਨ ਹੋਂ ਬੰਦਾ, ਦੋਸ ਦੇਤ ਆਗੇ ਕੋ ਅੰਧਾ। ਉਹ ਫਿਰ ਜਦੋਂ ਉਹਨਾਂ ਨੂੰ ਕੋਈ ਦੁੱਖ ਮਿਲਦਾ ਆ ਜਾਂ ਕੋਈ ਵੀ ਝਗੜਾ ਹੁੰਦਾ ਆ, ਉਹ ਅਗਲੇ ਨੂੰ ਦੋਸ਼ ਦਿੰਦੇ ਆ, ਆਪਣੇ ਨੂੰ ਨਹੀਂ ਦੋਸ਼ ਦਿੰਦੇ। ਅਤੇ ਮਹਾਰਾਜ ਨੇ ਸਾਨੂੰ ਤਾਂ ਦੱਸਿਆ ਹੋਇਆ ਗੁਰਬਾਣੀ ਵਿੱਚ, ਦਦੈ ਦੋਸ ਨਾ ਦੇਊ ਕਿਸੈ, ਦੋਸ ਕਰਮਾ ਆਪਣੇ। ਕਿ ਅਸੀਂ ਆਪਣੇ ਜਿੰਨੇ ਵੀ ਇੱਥੇ ਦੁੱਖ ਹੁੰਦੇ ਆ, ਚਿੰਤਾਵਾਂ ਹੁੰਦੀਆਂ, ਅਸੀਂ ਕਿਸੇ ਨੂੰ ਦੋਸ਼ ਨਹੀਂ ਦੇਣਾ ਹੁੰਦਾ, ਇਹ ਆਪਣੇ ਕਰਮਾਂ ਦਾ ਹਿਸਾਬ ਆ। ਜਿਵੇਂ ਮਹਾਰਾਜ ਕਹਿੰਦੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਆਵਰਜਨਾ। ਜਿਹੜਾ ਮਨਮੁਖ ਆ ਉਹ ਦੂਜੇ ਨੂੰ ਦੋਸ਼ ਦਿੰਦਾ। ਬਾਧਿਓ ਆਪਨ ਹੋਂ ਬੰਦਾ, ਦੋਸ਼ ਦੇਤ ਆਗੇ ਕੋ ਅੰਧਾ। ਜਿਹੜਾ ਅਗਲਾ ਹੁੰਦਾ ਆ, ਉਹ ਸਾਹਮਣੇ ਹੁੰਦਾ ਆ, ਉਹ ਇੰਨਾ ਅਗਿਆਨਤਾ ਦੇ ਵਿੱਚ ਅੰਨਾ ਹੋਇਆ ਹੁੰਦਾ ਮਨਮੁਖ, ਉਹ ਦੂਜੇ ਨੂੰ ਦੋਸ਼ ਦਿੰਦਾ। ਅਸੀਂ ਹਮੇਸ਼ਾ ਆਪਣੇ ਮਨ 'ਚ ਦ੍ਰਿੜ ਕਰਨਾ ਕਿ ਮਹਾਰਾਜ ਕਹਿੰਦੇ ਦਦੈ ਦੋਸ ਨਾ ਦੇਊ ਕਿਸੈ, ਦੋਸ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰਜਨਾ। ਕਿ ਅਸੀਂ ਕਿਸੇ ਨੂੰ ਦੋਸ਼ ਨਹੀਂ ਦੇਣਾ, ਅਸੀਂ ਸਮਝਣਾ ਹੈ ਕਿ ਸਾਡੇ ਦੁੱਖ ਸੁੱਖ ਸਾਡੇ ਆਪਣੇ ਕਰਮਾਂ ਮੁਤਾਬਕ ਆ। ਫਿਰ ਕਹਿੰਦੇ ਬਾਤ ਚੀਤ ਸਭ ਰਹੀ ਸਿਆਣਪ, ਜਿਸੇ ਜਨਾਵੋ ਸੋ ਜਾਣੈ ਨਾਨਕ। ਕਹਿੰਦੇ ਕਿ ਵਾਦ ਵਿਵਾਦ ਬਾਤਚੀਤ ਕਰਨ ਦੇ ਨਾਲ, ਸਿਆਣਪਾਂ ਕਰਨ ਦੇ ਨਾਲ
ਕੁਛ ਬਣਦਾ ਨਹੀਂ। ਬਾਤਚੀਤ ਸਿਆਣਪ ਦੇ ਨਾਲ ਅਸੀਂ ਉਸ ਪ੍ਰਮਾਤਮਾ ਤੱਕ ਪਹੁੰਚ ਨਹੀਂ ਸਕਦੇ। ਇੱਥੇ ਤਾਂ ਪ੍ਰੈਕਟੀਕਲ ਕਰਨਾ ਪੈਣਾ ਹੈ, ਗੁਰੂ ਦੀ ਮੱਤ ਅਖਤਿਆਰ ਕਰਨੀ ਪੈਣੀ ਹੈ। ਗੁਰੂ ਦੀ ਮੱਤ ਦੁਆਰਾ ਹੀ ਅਸੀਂ ਪ੍ਰਮਾਤਮਾ ਨੂੰ ਮਿਲ ਸਕਦੇ ਹਾਂ। ਜਿਸੇ ਜਨਾਵੋ ਸੋ ਜਾਣੈ ਨਾਨਕ। ਅਤੇ ਜਿਹਨੂੰ ਪ੍ਰਮਾਤਮਾ ਫਿਰ ਆਪਣਾ ਆਪ ਜਣਾਉਂਦੇ ਨੇ ਉਹੀ ਪ੍ਰਮਾਤਮਾ ਨੂੰ ਜਾਣ ਸਕਦਾ ਹੈ। ਇੱਦਾਂ ਹੀ ਮਹਾਰਾਜ ਨੇ ਫਿਰ ਸਾਨੂੰ ਇਹ ਸਮਝਾ ਦਿੱਤਾ, ਇਹੀ ਕੁਦਰਤ ਪ੍ਰਮਾਤਮਾ ਇਸ ਦੇ ਵਿੱਚ ਵੱਸਦਾ ਆ। ਆ ਜਿਹੜੇ ਸਾਨੂੰ ਸਾਰੇ ਸ੍ਰਿਸ਼ਟੀ ਦਿਸਦੀ ਆ, ਇਹਦਾ ਰਚਨਹਾਰਾ ਪ੍ਰਮਾਤਮਾ ਆਪ ਆ। ਉਹੀ ਬ੍ਰਹਮ ਜਿਸ ਨੂੰ ਅਸੀਂ ਮਿਲਣਾ ਚਾਹੁੰਦੇ ਹਾਂ, ਜਿਸ ਨਾਲ ਮਿਲ ਕੇ ਅਸੀਂ ਬ੍ਰਹਮ ਦਾ ਰੂਪ ਹੀ ਹੋ ਜਾਣਾ ਆ, ਉਹ ਸਾਰਾ ਸੰਸਾਰ ਦੇਖ ਰਿਹਾ ਹੈ। ਜਿਹਨੂੰ ਮਾਰੇ ਕਹਿੰਦੇ ਦੂਈ ਕੁਦਰਤ ਸਾਜੀਏ ਕਰ ਆਸਣ ਡਿੱਠੋ ਚਾਓ, ਕਿ ਉਹਨਾਂ ਨੇ ਕੁਦਰਤ ਨੂੰ ਸਾਜਿਆ ਅਤੇ ਆਪ ਆਸਣ ਲਾ ਕੇ ਉਸ ਕੁਦਰਤ ਨੂੰ ਦੇਖ ਰਿਹਾ ਹੈ ਬੜੇ ਚਾਅ ਦੇ ਨਾਲ। ਹੁਣ ਇਹੀ ਬ੍ਰਹਮ, ਕਿਉਂਕਿ ਨਿਰਗੁਣ ਸਰੂਪ ਪਰਮਾਤਮਾ ਹਰੇਕ ਜਗ੍ਹਾ ਆ, ਸਰਬ ਵਿਆਪਕ ਆ। ਜਦੋਂ ਅਸੀਂ ਕੋਈ ਵੀ ਕਰਮ ਕਰਦੇ ਹਾਂ ਸੰਸਾਰ ਵਿੱਚ, ਉਹ ਮਾਲਕ ਸਾਨੂੰ ਵੇਖਦਾ ਆ। ਅਸੀਂ ਕਈ ਵਾਰੀ ਸੋਚਦੇ ਹਾਂ ਕਿ ਸਾਨੂੰ ਕੋਈ ਵੇਖ ਨਹੀਂ ਰਿਹਾ ਸੰਸਾਰ ਵਿੱਚ, ਪਰ ਉਹ ਮਾਲਕ ਵੇਖਦਾ ਆ। ਅਤੇ ਜਿਹੜਾ ਮਨਮੁਖ ਆ ਉਹ ਇਸ ਗੱਲ ਨੂੰ ਪਛਾਣਦਾ ਨਹੀਂ। ਉਹਨੂੰ ਪਤਾ ਨਹੀਂ ਕਿ ਪ੍ਰਮਾਤਮਾ ਹਰੇਕ ਜਗ੍ਹਾ ਆ। ਮਨਮੁਖ ਜਿਹੜਾ ਇੰਨਾ ਭੁੱਲਿਆ ਹੁੰਦਾ ਆ, ਮਨਮੁਖ ਕੋਈ ਪਾਪ ਕਰਦਾ ਆ, ਜੇ ਤਾਂ ਉਹਨੂੰ ਕੋਈ ਦੇਖਣ ਵਾਲਾ ਹੁੰਦਾ ਉੱਥੇ ਤਾਂ ਰੁਕਿਆ ਰਹਿੰਦਾ ਹੈ। ਜਦੋਂ ਕੋਈ ਉਹਨੂੰ ਮੌਕਾ ਮਿਲਦਾ ਆ ਕਿ ਲੋਕਾਂ ਦੀ ਅੱਖਾਂ ਤੋਂ ਓਹਲੇ ਹੁੰਦਾ, ਮਨਮੁਖ ਪਾਪ ਕਰਦਾ ਆ। ਮਨਮੁਖ ਜਿਹੜਾ ਆ, ਹੁਣ ਜਿਵੇਂ ਅਸੀਂ ਦੇਖਦੇ ਹਾਂ ਕਿ ਜੀਵ ਜਿਹੜੇ ਆ, ਜਿਹੜੇ ਚੋਰੀ ਕਰਦੇ ਆ, CCTV ਕੈਮਰੇ ਲੱਗੇ ਹੁੰਦੇ ਆ ਹਰੇਕ ਜਗ੍ਹਾ, ਟੈਕਨੋਲੋਜੀ ਹੁੰਦੀ ਆ। ਅਤੇ ਮਨਮੁਖ ਜਿਹੜਾ ਆ ਉਹ ਸਮਝਦਾ ਆ ਕਿ ਜੇ ਉਹਨੇ ਕੋਈ ਚੋਰੀ ਕਰਨੀ ਆ ਕਿ ਕੈਮਰੇ 'ਚ ਨਾ ਆ ਜਾਏ, ਕੈਮਰੇ ਦੇ ਸਾਹਮਣੇ, ਕੈਮਰੇ ਤੋਂ ਓਹਲੇ ਹੋ ਕੇ ਉਹ ਆਪਣਾ ਪਾਪ ਕਰਨ ਦੀ ਕੋਸ਼ਿਸ਼ ਕਰਦਾ ਹੈ, ਚੋਰੀ ਕਰਨ ਦੀ ਕੋਸ਼ਿਸ਼ ਕਰਦਾ ਹੈ। ਫਰਜ਼ ਕੀਤਾ ਉਹ ਚੋਰ ਆ ਮਨਮੁਖ, ਉਹ ਪਾਪ ਐਸਾ ਕਰ ਰਿਹਾ ਹੈ, ਚੋਰੀ ਕਰ ਰਿਹਾ ਹੈ, ਉਹਨੇ ਕੋਸ਼ਿਸ਼ ਇਹ ਕਰਨੀ ਹੈ ਕਿ ਕੈਮਰੇ ਤੋਂ ਓਹਲੇ ਹੋ ਕੇ ਕਰੇ। ਕੈਮਰੇ ਦੇ ਸਾਹਮਣੇ ਤਾਂ ਹਰੇਕ ਜੀਵ ਚੰਗਾ ਬਣਨ ਦੀ ਕੋਸ਼ਿਸ਼ ਕਰਦਾ ਹੈ, ਕੈਮਰੇ ਦੇ ਸਾਹਮਣੇ ਘੱਟ ਹੀ ਹੁੰਦਾ ਹੈ ਕੋਈ ਜਿਹੜਾ ਗੁਨਾਹ ਕਰੂਗਾ। ਹੁਣ ਇੱਦਾਂ ਹੀ ਫਿਰ ਜਿਹੜੇ ਲੋਕ ਇਸ ਗੱਲ ਦਾ ਭੇਦ ਨਹੀਂ ਰੱਖਦੇ, ਮਨਮੁਖ ਜੀਵ, ਉਹ ਸਮਝਦੇ ਆ ਕਿ ਟੈਕਨੋਲੋਜੀ ਜਿੰਨੀ ਵਾਧੇ ਵਿੱਚ ਹੋਊਗੀ ਉਨਾ ਲੋਕ ਚੰਗੇ ਕਰਮ ਕਰਨਗੇ। ਜੇ ਜਗ੍ਹਾ ਜਗ੍ਹਾ ਕੈਮਰਾ ਲਾ ਦਿੱਤਾ ਜਾਏ ਤਾਂ ਲੋਕ ਚੰਗੇ ਕਰਮ ਕਰਨਗੇ। ਅਤੇ ਟੈਕਨੋਲੋਜੀ ਕਾਰਨ ਲੋਕ ਚੰਗਿਆਈ ਕਰਦੇ ਆ ਸੰਸਾਰ ਵਿੱਚ, ਧਰਮ ਤੋਂ ਕੋਈ ਡਰਦਾ ਨਹੀਂ। ਅਤੇ ਮਹਾਰਾਜ ਨੇ ਸਾਨੂੰ ਸਮਝਾ ਦਿੱਤਾ ਕਿ ਜਿਹੜਾ ਚੰਗਾ ਕੰਮ ਕਰਦਾ ਹੈ ਨਾ ਮਜਬੂਰੀ ਕਾਰਨ, ਕਈ ਲੋਕ ਹੈਗੇ ਆ ਉਹ ਦਾਨ ਪੁੰਨ ਕਰਦੇ ਆ ਲੋਕਾਂ ਦੇ ਸ਼ਰਮ ਕਰਕੇ, ਕਿ ਲੋਕ ਕਹਿਣਗੇ ਕਿ ਅਸੀਂ ਦਾਨ ਕੀਤਾ, ਇਹਨੇ ਕੀਤਾ ਨਹੀਂ, ਤਾਂ ਉਹ ਵੀ ਦਾਨ ਕਰਦੇ ਆ, ਲੋਕ ਲੱਜਾ ਵਿੱਚ ਆ ਕੇ ਕਈ ਦਾਨ ਪੁੰਨ ਕਰਦੇ ਆ। ਅਤੇ ਮਹਾਰਾਜ ਨੇ ਤਾਂ ਸਾਨੂੰ ਸਮਝਾ ਦਿੱਤਾ, ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਏ ਕੇ ਜਾਏ, ਕਿ ਜਿੰਨੇ ਵੀ ਦਾਨ ਪੁੰਨ ਕਰਦੇ ਆ ਜੀ, ਇਹਨਾਂ ਨੇ ਤਾਂ ਧਰਮ ਰਾਜੇ ਕੋਲ ਜਾਣਾ ਆ। ਮਹਾਰਾਜ ਸਾਨੂੰ ਇਹਨਾਂ ਗੱਲਾਂ ਤੋਂ ਉੱਪਰ ਉਠਾਉਂਦੇ ਆ। ਮਹਾਰਾਜ ਸਾਡੇ ਮਨ ਨੂੰ ਸ਼ੁੱਧ ਕਰਦੇ ਆ। ਜੀਵ ਜਿਹੜੇ ਆ ਉਹ ਸੋਚਦੇ ਆ ਕਿ ਜਿਹਦਾ ਪੁੰਨ ਕਰਕੇ, ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਏ ਕੇ ਜਾਏ, ਕਿ ਪੁੰਨ ਕਰਨਾ, ਦਾਨ ਕਰਨਾ, ਕਿ ਇਹਦੇ ਨਾਲ ਇਨਸਾਨ ਚੰਗਾ ਹੁੰਦਾ। ਇਹ ਹੈ ਬਾਹਰਲੀ ਪ੍ਰੈਕਟਿਸ। ਮਹਾਰਾਜ ਨੇ ਸਾਡੇ ਮਨ ਨੂੰ ਦੇਖਣਾ ਕਿ ਮਨ ਕੀ ਕਰਦਾ ਆ। ਜੇ ਮਨ ਦੇ ਵਿੱਚ ਖੋਟ ਆ, ਪੁੰਨ ਦਾਨ ਜਿੰਨਾ ਮਰਜ਼ੀ ਤੁਸੀਂ ਬਾਹਰ ਕਰੀ ਜਾਓ, ਉਹ ਤਾਂ ਹੈ ਤਾਂ ਚੰਗੇ ਕਰਮ ਕਰਨੇ, ਪਰ ਜਿਹੜਾ ਮਨ ਮੈਲਾ ਆ ਅੰਦਰ, ਉਸ ਨੂੰ ਦਰਗਾਹ ਦੇ ਵਿੱਚ ਜਗ੍ਹਾ ਨਹੀਂ ਮਿਲਦੀ। ਇੱਦਾਂ ਹੀ ਮਹਾਰਾਜ ਨੇ ਸਾਨੂੰ ਸਮਝਾ ਦਿੱਤਾ, ਜਿਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜਿਉ ਤਾਂ ਮੈਲੇ ਤਿਨੀ ਜਨਮ ਜਿਉ ਹਾਰਿਆ। ਮਨਮੁਖ ਜਿਹੜੇ ਆ ਉਹ ਬਾਹਰੋਂ ਆਪਣੇ ਆਪ ਨੂੰ ਨਿਰਮਲ ਹੋ ਕੇ ਐਕਸਪ੍ਰੈਸ ਕਰਦੇ ਆ, ਪਰ ਅੰਦਰੋਂ ਉਹਨਾਂ ਦਾ ਮਨ ਜਿਹੜਾ ਮੈਲਾ ਆ, ਮਹਾਰਾਜ ਕਹਿੰਦੇ ਆ ਉਹ ਹਾਰ ਜਾਂਦੇ ਆ। ਜੀਵਨ ਦੀ ਜਿਹੜੀ ਬਾਜੀ ਆ, ਜੀਵਨ ਦੀ ਖੇਡ ਜਿਹੜੀ ਆ, ਉਹ ਹਾਰ ਜਾਂਦੇ ਆ। ਜਿਹੜਾ ਮਨੁੱਖ ਆ
ਉਹਦੇ ਅੰਦਰ ਮੈਲ ਹੋਵੇ, ਭਾਵੇਂ ਜਿੰਨਾ ਮਰਜੀ ਚੰਗਿਆਈ ਬਾਹਰ ਕਰ ਲਏ, ਮਹਾਰਾਜ ਕਹਿੰਦੇ ਅੰਤਰ ਮੈਲ ਜੇ ਤੀਰਥ ਨਾਵੈ ਤਿਸ ਬੈਕੁੰਠ ਨਾ ਜਾਣਾ, ਲੋਕ ਪਤੀਣੇ ਕਛੂ ਨਾ ਹੋਵੇ ਨਾ ਹੀ ਰਾਮ ਇਆਨਾ। ਕਿ ਅੰਦਰ ਸਾਡੇ ਮੈਲ ਆ ਅਤੇ ਤੀਰਥਾਂ 'ਤੇ ਅਸੀਂ ਨਹਾਉਂਦੇ ਹਾਂ। ਕਹਿੰਦੇ ਕਿ ਬਾਹਰ ਭਾਵੇਂ ਧਾਰਮਿਕ ਅਸੀਂ ਕਰਮ ਕਰ ਰਹੇ ਹਾਂ, ਅੰਦਰ ਜੇ ਮੈਲ ਆ ਅਸੀਂ ਬੈਕੁੰਠ ਨੂੰ ਜਾ ਨਹੀਂ ਸਕਦੇ, ਅਸੀਂ ਅਮਰ ਨਹੀਂ ਹੋ ਸਕਦੇ। ਲੋਕ ਪਤੀਣੇ ਕਛੂ ਨਾ ਹੋਵੇ ਨਾ ਹੀ ਰਾਮ ਇਆਨਾ। ਕਹਿੰਦੇ ਰਾਮ ਪਰਮਾਤਮਾ ਕੋਈ ਨਿਆਣਾ ਨਹੀਂ ਹੈਗਾ, ਉਹ ਤਾਂ ਬਹੁਤ ਸਿਆਣੇ ਆ। ਲੋਕਾਂ ਨੂੰ ਅਸੀਂ ਇਸ ਦੁਨੀਆ ਦੇ ਵਿੱਚ ਖੁਸ਼ ਕਰ ਲਾਂਗੇ ਚੰਗੇ ਕੰਮ ਕਰਕੇ, ਪਰ ਸਾਡੇ ਅੰਦਰ ਖੋਟ ਆ, ਮੈਲ ਆ, ਅਤੇ ਉਹ ਪਰਮਾਤਮਾ ਨੂੰ ਅਸੀਂ ਧੋਖਾ ਥੋੜ੍ਹਾ ਦੇ ਸਕਦੇ। ਪਰਮਾਤਮਾ ਤਾਂ ਸਾਡੇ ਮਨ ਨੂੰ ਜਾਣਦੇ ਹੀ ਆ। ਤਾਂ ਹੀ ਕਈ ਜੀਵ ਕਹਿੰਦੇ ਆ ਕਿ ਸਾਇੰਸ ਕਾਰਨ ਵਿਦਵਾਨ ਜਿਹੜੇ ਆ, ਉਹ ਕਹਿੰਦੇ ਸਾਇੰਸ ਕਾਰਨ ਹੀ ਲੋਕ ਚੰਗੇ ਕੰਮ ਕਰਦੇ ਆ। ਚੰਗੇ ਕੰਮ ਕੈਮਰੇ ਦੇ ਸਾਹਮਣੇ ਤਾਂ ਸਾਰੇ ਕਰਦੇ ਆ, ਕੈਮਰੇ ਤੋਂ ਓਹਲੇ ਹੋ ਕੇ ਜਿਹੜੇ ਚੋਰ ਆ ਉਹ ਚੋਰੀ ਕਰਨ ਦੀ ਕੋਸ਼ਿਸ਼ ਕਰਦੇ ਆ, ਪਰ ਮਨ ਜਿਹੜਾ ਆ ਉਹ ਤਾਂ ਮਹਾਰਾਜ ਹਰੇਕ ਗੱਲ ਜਾਣਦੇ ਆ। ਕੱਟ ਕੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਪਰਮਾਤਮਾ ਹਰੇਕ ਨੂੰ ਪਛਾਣਦੇ ਆ, ਉਹਨਾਂ ਨੂੰ ਪਤਾ ਹੈ ਕਿਹੜਾ ਚੰਗਾ ਹੈ ਕਿਹੜਾ ਮਾੜਾ ਆ, ਉਹਨਾਂ 'ਚ ਫਰਕ ਕੀ ਆ, ਉਹ ਪਰਮਾਤਮਾ ਜਾਣਦੇ ਆ। ਪਰਮਾਤਮਾ ਇੱਕ ਇੱਕ ਚੀਜ਼ ਅੰਦਰਲੀ ਹਰੇਕ ਦੀ ਜਾਣਦੇ ਆ। ਅਤੇ ਤਾਂ ਹੀ ਮਹਾਰਾਜ ਨੇ ਗੁਰਬਾਣੀ 'ਚ ਸਾਨੂੰ ਸਮਝਾਇਆ ਆ ਕਿ ਇਹ ਮਤ ਭੁੱਲੋ ਕਿ ਇਹੀ ਬ੍ਰਹਮ ਜਿਸ ਨੂੰ ਅਸੀਂ ਮਿਲਣਾ ਉਹ ਹਰੇਕ ਜਗ੍ਹਾ ਆ। ਹੁਣ ਜਿਵੇਂ ਕੋਈ ਚੋਰੀ ਕਰਦਾ, ਗੁਰੂ ਸਾਹਿਬ ਨੇ ਗੁਰਬਾਣੀ 'ਚ ਕਿਹਾ ਹਟ ਪਟਣ ਬਿਜ ਮੰਦਰ ਭੰਨੈ ਕਰ ਚੋਰੀ ਘਰ ਆਵੈ, ਅੱਗੋਂ ਦੇਖੈ ਪਿੱਛੋਂ ਦੇਖੈ ਤੁਝ ਤੇ ਕਹਾਂ ਛਪਾਵੈ। ਹੁਣ ਕੋਈ ਚੋਰੀ ਕਰਦਾ ਆ, ਉਹ ਜਦੋਂ ਭੱਜਦਾ ਆ ਅੱਗੇ ਪਿੱਛੇ ਦੇਖਦਾ ਕਿਸੇ ਨੇ ਮੈਨੂੰ ਦੇਖ ਤਾਂ ਨਹੀਂ ਲਿਆ ਚੋਰੀ ਕਰਦੇ ਨੂੰ, ਪਰ ਮਹਾਰਾਜ ਕਹਿੰਦੇ ਤੁਹਾਡੇ ਤੋਂ ਕਿਵੇਂ ਛਪਾਊਗਾ, ਤੁਸੀਂ ਤਾਂ ਹਰੇਕ ਜਗ੍ਹਾ ਆ। ਇੱਦਾਂ ਜਿਹੜਾ ਬੰਦੇ ਦਾ ਕਿਰਦਾਰ ਆ ਉਹ ਕੈਮਰੇ ਦੇ ਸਾਹਮਣੇ ਜਾਂ ਲੋਕਾਂ ਦੇ ਸਾਹਮਣੇ ਅਸਲੀ ਨਹੀਂ ਹੁੰਦਾ। ਤਾਂ ਹੀ ਜਿਹੜੇ ਇਹ ਕੈਮਰੇ ਆ, ਸਾਇੰਸ ਆ, ਵਿਗਿਆਨ ਆ, ਇਸ ਦੇ ਕਾਰਨ ਬੰਦਾ ਜਿਹੜਾ ਆ ਚੰਗਾ ਨਹੀਂ ਬਣ ਜਾਂਦਾ। ਬਾਹਰੋਂ ਭਾਵੇਂ ਕੈਮਰੇ ਦੇ ਸਾਹਮਣੇ, ਵਿਗਿਆਨ ਦੇ ਸਾਹਮਣੇ, ਲੋਕਾਂ ਦੀ ਅੱਖਾਂ ਦੇ ਸਾਹਮਣੇ ਕੋਈ ਚੰਗਾ ਬਣਨ ਦੀ ਕੋਸ਼ਿਸ਼ ਕਰੇ, ਬਾਹਰੋਂ ਹੀ ਐਕਸਪ੍ਰੈਸ਼ਨ ਕਰਦੇ ਆ, ਪਰ ਅੰਦਰੋਂ ਜਿਹੜਾ ਮਨ ਆ ਉਹ ਸ਼ੁੱਧ ਨਹੀਂ। ਤਾਂ ਹੀ ਗੁਰੂ ਸਾਹਿਬ ਨੇ ਸਾਨੂੰ ਜੋ ਦੱਸਿਆ ਹੋਇਆ ਉਹ ਹੈ ਕਿ ਅਸੀਂ ਧਰਮ ਨੂੰ ਦ੍ਰਿੜ ਕਰਨਾ। ਜਦੋਂ ਅਸੀਂ ਧਰਮ ਨੂੰ ਦ੍ਰਿੜ ਕਰਦੇ ਹਾਂ, ਸਾਨੂੰ ਫਿਰ ਭੇਦ ਆ ਕਿ ਪਰਮਾਤਮਾ ਸਾਨੂੰ ਹਰ ਵਕਤ ਦੇਖ ਰਿਹਾ ਆ। ਅਸੀਂ ਉਸੇ ਮਾਲਕ ਨਾਲ ਜੁੜਨ ਦੀ ਕੋਸ਼ਿਸ਼ ਕਰਦੇ ਹਾਂ, ਅਸੀਂ ਆਪਣੇ ਮਨ ਨੂੰ ਸ਼ੁੱਧ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤਾਂ ਸਾਡਾ ਜਿਹੜਾ ਮਨ ਆ, ਇਹ ਜਿਹੜਾ ਸੰਸਾਰ ਆ, ਹਰੇਕ ਜੀਵ ਉਹ ਧਰਮ ਕਾਰਨ ਚੰਗਾ ਬਣ ਸਕਦਾ ਆ, ਸਾਇੰਸ ਕਾਰਨ ਨਹੀਂ। ਪਰਮਾਤਮਾ ਚਾਹੁੰਦੇ ਆ ਕਿ ਸਾਡਾ ਮਨ ਸ਼ੁੱਧ ਹੋਵੇ, ਆਪਣੇ ਅਸਲੀ ਰੂਪ ਦੇ ਵਿੱਚ ਹੋਵੇ, ਫਿਰ ਉਹ ਪਰਮਾਤਮਾ ਨਾਲ ਪੂਰੀ ਤਰ੍ਹਾਂ ਮਨ ਅਭੇਦ ਹੋ ਸਕਦਾ। ਮਹਾਰਾਜ ਕਹਿੰਦੇ ਆ ਮਨ ਮੈਲੈ ਸਭ ਕਿਛ ਮੈਲਾ, ਤਨ ਧੋਤੈ ਮਨ ਹੱਛਾ ਨਾ ਹੋਏ, ਇਹ ਜਗਤ ਭਰਮ ਭੁਲਾਇਆ ਵਿਰਲਾ ਬੁਝੈ ਕੋਏ। ਕਹਿੰਦੇ ਮਨ ਜਿਹੜਾ ਹੈ ਮੈਲਾ ਆ, ਅਤੇ ਜੇ ਮਨ ਮੈਲਾ ਆ ਤਾਂ ਕਹਿੰਦੇ ਸਮਝੋ ਸਭ ਕੁਛ ਮੈਲਾ ਆ। ਸਰੀਰ ਨੂੰ ਧੋਣ ਦੇ ਨਾਲ ਮਨ ਜਿਹੜਾ ਆ ਹੱਛਾ, ਮਨ ਜਿਹੜਾ ਸ਼ੁੱਧ ਨਹੀਂ ਹੋ ਜਾਂਦਾ, ਮਨ ਜਿਹੜਾ ਚੰਗਾ ਨਹੀਂ ਗਿਣਿਆ ਜਾਣਾ। ਇਹ ਜਗਤ ਭਰਮ ਭੁਲਾਇਆ ਵਿਰਲਾ ਬੁਝੈ ਕੋਏ। ਇਹ ਸਾਰਾ ਜਗਤ ਭਰਮ ਭੁਲੇਖੇ ਦੇ ਵਿੱਚ ਹੈ, ਕੋਈ ਵਿਰਲਾ ਇਸ ਗੱਲ ਨੂੰ ਬੁੱਝਦਾ ਹੈ। ਇੱਥੇ ਤਾਂ ਮਹਾਰਾਜ ਨੇ ਸਾਨੂੰ ਸਮਝਾ ਦਿੱਤਾ ਕਿ ਸਾਡਾ ਇਮਤਿਹਾਨ ਆ ਮਨ ਦਾ ਪਾਇਆ ਹੋਇਆ, ਅਸੀਂ ਇਸ ਨੂੰ ਸ਼ੁੱਧ ਕਰਨਾ ਆ। ਜਿਵੇਂ ਸ਼ਬਦ ਦੁਆਰਾ ਮਨ ਨੂੰ ਅਸੀਂ ਮਾਰਨਾ ਆ, ਸਤਿਗੁਰ ਫਿਰ ਇਹਨੂੰ ਸੁਰਜੀਤ ਕਰਦੇ ਆ। ਭਗਤ ਕਬੀਰ ਜੀ ਸਾਨੂੰ ਸਮਝਾਉਂਦੇ ਆ ਜੇ ਅਸੀਂ ਇਸ ਕਸੌਟੀ ਨੂੰ ਪਾਸ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੇ ਮਨ ਨੂੰ ਸੱਚਾ ਬਣਾਉਣਾ ਪੈਣਾ। ਭਗਤ ਕਬੀਰ ਜੀ ਸਮਝਾਉਂਦੇ ਨੇ ਗੁਰਬਾਣੀ ਵਿੱਚ, ਕਬੀਰ ਕਸੌਟੀ ਰਾਮ ਕੀ ਝੂਠਾ ਟਿਕੈ ਨ ਕੋਏ, ਰਾਮ ਕਸੌਟੀ ਸੋ ਸਹੈ ਜੋ ਮਰ ਜੀਵਾ ਹੋਏ। ਕਹਿੰਦੇ ਇਹ ਜਿਹੜਾ ਇਮਤਿਹਾਨ ਸਾਨੂੰ ਪਾਇਆ ਹੋਇਆ, ਕਸਵੱਟੀ 'ਚ ਪਾਇਆ ਹੋਇਆ, ਕਸਵੱਟੀ ਤੋਂ ਅਸੀਂ ਪਾਰ ਤਾਂ ਹੀ ਕਰ ਸਕਦੇ ਹਾਂ, ਇਸ ਨੂੰ ਅਸੀਂ ਪਾਸ ਤਾਂ ਹੀ ਕਰ ਸਕਦੇ ਕਸਵੱਟੀ ਨੂੰ ਜੇ ਅਸੀਂ ਮਰ ਜੀਵੇ ਹੋਵਾਂਗੇ, ਆਪਣੇ ਮਨ ਨੂੰ ਮਾਰਾਂਗੇ। ਜਿਹੜਾ ਝੂਠਾ ਆ ਉਹ ਇੱਥੇ ਕਿਤੇ ਟਿਕਦਾ ਨਹੀਂ। ਸੋ ਇਹ ਮਨ ਨੂੰ ਅਸੀਂ ਆਪਣੀ ਮੁੱਢਲੀ ਅਵਸਥਾ ਦੇ ਵਿੱਚ ਲਿਜਾਣ ਦੀ ਕੋਸ਼ਿਸ਼ ਕਰ ਰਹੇ ਹਾਂ, ਅਤੇ ਜਦੋਂ ਅਸੀਂ ਭੇਦ ਲੈਂਦੇ ਹਾਂ ਤਾਂ ਗੁਰਬਾਣੀ ਰਾਹੀਂ ਸਾਨੂੰ ਪਤਾ ਲੱਗਦਾ ਇਹੀ ਬ੍ਰਹਮ
ਸਾਰੀ ਜਗ੍ਹਾ ਆ ਤੇ ਹਰੇਕ ਜਗ੍ਹਾ ਸਾਨੂੰ ਵੇਖ ਰਿਹਾ ਆ। ਅਤੇ ਜੇਕਰ ਅਸੀਂ ਧਰਮ ਨਾਲ ਜੁੜਾਂਗੇ ਫਿਰ ਅਸੀਂ ਚੰਗੇ ਬਣ ਸਕਦੇ ਹਾਂ, ਅਸੀਂ ਸ਼ੁੱਧ ਹੋ ਸਕਦੇ ਹਾਂ। ਅਤੇ ਧਰਮ ਨੂੰ ਅਸੀਂ ਦ੍ਰਿੜ ਕਰਨ ਲਈ ਮਾਰੇ ਕਹਿੰਦੇ ਆ, ਧਰਮ ਦ੍ਰਿੜੋ ਹਰ ਨਾਮ ਤੇ ਆਵੋ ਸਿਮਰਤ ਨਾਮ ਦ੍ਰਿੜਾਇਆ। ਕਿ ਧਰਮ ਨੂੰ ਦ੍ਰਿੜ ਕਰਨਾ ਤਾਂ ਅਸੀਂ ਫਿਰ ਨਾਮ 'ਤੇ ਆਈਏ, ਸਿਮਰਨ ਕਰਕੇ ਨਾਮ 'ਤੇ ਆ ਕੇ ਅਸੀਂ ਧਰਮ ਨੂੰ ਦ੍ਰਿੜ ਕਰ ਰਹੇ ਹਾਂ। ਇੰਨੀਆਂ ਅੱਜ ਬੇਨਤੀਆਂ ਸਨ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।